ਇਹ ਦੁਨੀਆ ਤੁਹਾਨੂੰ ਹੈਰਾਨ ਕਰ ਦੇਗੀ। ਇੱਥੇ ਸਬਜ਼ੀਆਂ ਹਵਾ ਦੇ ਵਿੱਚ ਉੱਗਦੀਆਂ ਨੇ, ਫਲ ਪਾਣੀ ਆਪਣੇ ਆਪ ਲੈ ਲੈਂਦੇ ਨੇ। ਇੱਕ ਕਲਿੱਕ ਕਰੋਗੇ ਮੋਬਾਈਲ ਤੇ, ਯਾਨੀ ਟੱਚ ਸਕਰੀਨ ਦਾ ਟੱਚ ਨੱਪੋਗੇ ਤੇ ਉਹ ਟੱਚ ਨੱਪਣ ਦੇ ਬਾਅਦ ਇੱਥੇ ਬਹੁਤ ਕੁਝ ਹੋਣਾ ਸ਼ੁਰੂ ਹੋ ਜਾਏਗਾ। ਮਤਲਬ ਇਹੋ ਕੁਝ ਹੋਣਾ ਸ਼ੁਰੂ ਹੋ ਜਾਏਗਾ ਕਿ ਤੁਸੀਂ ਇੱਥੇ ਬੈਠੇ ਬੈਠੇ ਡਰ ਜਾਓਗੇ ਕਿ ਇਹ ਕਿੰਨੇ ਕੀਤਾ। 400 ਬੂਟਾ ਜਿਹੜਾ ਹੈਗਾ ਇਹ ਸਾਰਾ 50 ਗਜ਼ ਦੇ ਵਿੱਚ ਹੈ ਤੇ ਜੇ 50 ਗਜ਼ 400 ਬੂਟਾ ਲੱਗਿਆ ਤਾਂ ਤੁਹਾਨੂੰ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਪੈਸੇ ਬਣ ਸਕਦੇ ਜੇ ਸਹੀ ਚੱਲੇ ਜੀ। 2-2.5 ਲੱਖ ਰੁਪਏ ਤੁਹਾਨੂੰ 50 ਗਜ਼ 'ਚ ਹੀ ਬਣ ਜਾਏਗਾ। ਇਹ ਬੂਟੇ ਨੂੰ ਅਸੀਂ ਬਾਹਰ ਕੱਢ ਲੈਂਦੇ ਹਾਂ। ਇਹਦੀਆਂ ਜੜ੍ਹਾਂ ਵੇਖੋ ਤੁਸੀਂ ਕਿੰਨੀਆਂ ਸਾਫ਼ ਜੜ੍ਹਾਂ, ਚਿੱਟੀਆਂ, ਕੋਈ ਕਿਸੇ ਕਿਸਮ ਦੀ ਬਿਮਾਰੀ ਨਹੀਂ ਹੈਗੀ। ਜਦੋਂ ਕੋਈ ਬਿਮਾਰੀ ਨਹੀਂ ਹੈਗੀ ਅਸੀਂ ਸਪਰੇਅ ਕਰਨੀ ਕਾਹਦੇ ਵਾਸਤੇ? ਇਹ ਪੁਰਾਣਾ ਪੱਤਾ ਹੋ ਗਿਆ, ਇਹਨੂੰ ਅਸੀਂ ਕੱਢ ਦੇਣਾ ਜਦੋਂ ਜਾਣਾ ਮਾਰਕੀਟ 'ਚ ਨੇ। ਸਪੋਜ਼ ਮੇਰੇ ਕੋਲ 1 ਏਕੜ ਫਾਰਮ ਹੈ ਤੇ ਇਹ ਸਾਰਾ ਸੈਟਅਪ ਹੈ ਤੇ ਮੈਂ ਕਿੰਨੇ ਪੈਸੇ ਮਹੀਨੇ ਦੇ ਕਮਾ ਸਕਦੀ ਹਾਂ ਜੀ? ਤੁਸੀਂ ਜੀ ਮਹੀਨੇ ਦੇ ਤੇ ਸਾਲ ਦੇ ਤੁਸੀਂ 1.5 ਕਰੋੜ ਤੱਕ ਕਮਾ ਸਕਦੇ ਹੋ। ਅੱਛਾ। ਹਾਂਜੀ, 10 ਲੱਖ ਰੁਪਏ ਮਹੀਨਾ ਤੁਹਾਨੂੰ ਇਹ ਫਾਰਮ ਦੇ ਸਕਦਾ ਜੇ ਤੁਹਾਡਾ 1 ਏਕੜ ਦਾ ਫਾਰਮ ਹੈ। ਹੁਣ ਤੁਹਾਨੂੰ ਮੈਂ ਇੱਥੋਂ ਫੋਨ ਤੋਂ ਹੀ ਜੇ ਮੈਂ ਟਮਾਟਰ ਦਾ ਹੁਣ ਪਾਣੀ ਦੇਣਾ ਟਮਾਟਰ ਨੂੰ। ਅੱਛਾ। ਤੇ ਇੱਥੋਂ ਦੇਖੋ ਟਮਾਟੋ ਪੰਪ ਹੈਗਾ, ਇਹ ਸੀਗਾ ਪੰਪ ਟਮਾਟੋ ਦਾ। ਇੱਥੋਂ ਮੈਂ ਔਨ ਕਰਾਂਗਾ, ਪੰਪ ਚੱਲ ਪਿਆ, ਇੱਥੇ ਪਾਣੀ ਆ ਜਾਏਗਾ। ਦੇਖਣਾ ਤੁਸੀਂ ਪਾਣੀ ਆਉਣ ਲੱਗ ਗਿਆ ਇੱਥੇ। ਅੱਛਾ। ਆ ਤੁਸੀਂ ਇਹ ਦੇਖੋ ਪਾਣੀ ਵੀ ਮਤਲਬ ਇਹਦੀ ਮਾਤਰਾ ਵੀ ਇੰਨੀ ਰਹਿਣੀ ਚਾਹੀਦੀ ਹੈ? ਹਾਂਜੀ ਹਾਂਜੀ, ਇਹ ਪਾਣੀ ਅਸੀਂ ਇੱਕ ਬੂਟੇ ਨੂੰ 1 ਲੀਟਰ ਪਾਣੀ ਰੋਜ਼ ਦਾ ਦਿੰਦੇ ਹਾਂ। ਇਹ ਜਿਹੜਾ ਪਾਣੀ ਵਾਲਾ ਸਿਸਟਮ ਹੈ, ਇਹ ਪਾਈਪਸ ਹੈ, ਕਿੱਥੋਂ ਆ ਰਹੀਆਂ? ਇਹ ਉੱਥੋਂ ਆ ਰਹੀਆਂ ਨੇ ਜੀ। ਉਹ ਸਿਰੇ ਦੇ ਉੱਤੇ ਸਾਡਾ ਆਟੋਮੈਟਿਕ ਕੰਟਰੋਲਰ ਲੱਗਿਆ ਹੋਇਆ, ਇਰੀਗੇਸ਼ਨ ਕੰਟਰੋਲਰ ਜਿਹੜਾ ਹੈ। ਅੱਛਾ। ਉਹ ਆਪਣੇ ਟਾਈਮ ਦੇ ਉੱਤੇ ਸੋਮਵਾਰ ਨੂੰ ਕੀ ਦੇਣਾ, ਮੰਗਲਵਾਰ ਨੂੰ ਕੀ ਦੇਣਾ, ਬੁੱਧਵਾਰ ਨੂੰ ਕੀ ਦੇਣਾ, ਉਹ ਸਾਰਾ ਆਪਣੇ ਆਪ ਸਾਡਾ ਫੀਡ ਕੀਤਾ ਹੋਇਆ ਹੈ। ਜੇ ਰੇਨ ਸ਼ੁਰੂ ਹੋ ਗਈ ਤਾਂ ਰੇਨੀ ਡੇ ਦੇ ਉੱਤੇ ਉਹਨੇ ਪਾਣੀ ਨਹੀਂ ਦੇਣਾ, ਆਪਣੇ ਆਪ ਆਫ ਕਰ ਦੇਣਾ। ਮੈਨੂੰ ਲੱਗਦਾ ਕਿ ਬੰਦਾ ਕਿਟਸ ਕਰ ਜਾਂਦਾ ਹੋਣਾ ਪਰ ਮਸ਼ੀਨ ਨਹੀਂ ਕਰਦੀ। ਹਾਂਜੀ ਹਾਂਜੀ, ਬਿਲਕੁਲ ਨਹੀਂ, ਮਸ਼ੀਨ ਇਜ਼ ਸੋ ਐਕੂਰੇਟ। ਗੱਲ ਹੀ ਛੱਡ ਦਿਓ ਜੀ। ਮੈਂ ਦੁਨੀਆ ਚੋਂ ਕਿਤੋਂ ਵੀ ਆਪਣੇ ਫਾਰਮ ਨੂੰ ਕੰਟਰੋਲ ਕਰ ਸਕਦਾ। ਦੇਖੋ ਤੁਹਾਡੇ ਸਾਹਮਣੇ ਇੱਕ ਮੋਟਰ ਚੱਲੀ ਹੈ ਜੀ। ਇਸ ਮੋਟਰ ਨੂੰ ਮੈਂ ਬੰਦ ਕਰਾਂਗਾ, ਮੇਰੇ ਮੋਬਾਈਲ ਫੋਨ ਤੋਂ ਬੰਦ ਹੋ ਜਾਏਗੀ। ਆ ਦੇਖੋ ਸਾਰੀਆਂ ਮੋਟਰਾਂ ਦੇ ਨਾਲ ਆਰਓ ਪੰਪ, ਸਟ੍ਰਾਬੇਰੀ ਦਾ ਪੰਪ, ਮਿਸਟਿੰਗ ਪੰਪ, ਐਨਐਫਟੀ ਦਾ ਪੰਪ। ਹੁਣ ਐਨਐਫਟੀ ਦਾ ਪੰਪ ਚੱਲਿਆ, ਇਹਨੂੰ ਮੈਂ ਐਨਐਫਟੀ ਪੰਪ ਇੱਥੋਂ ਕਰ ਦਿਆਂਗਾ। ਆ ਦੇਖੋ ਇੱਥੇ ਮੋਟਰ ਪਾਵਰ ਆਨ ਹੈ। ਅੱਛਾ। ਮੋਟਰ ਬੰਦ ਹੋ ਗਈ। ਚੱਕੋ ਹੱਥ, ਕੋਈ ਤੁਹਾਡੀ ਮਿੱਟੀ ਨਹੀਂ ਹੈ ਬਿਲਕੁਲ ਵੀ, ਤੁਹਾਡੇ ਹੱਥ ਨੂੰ ਲੱਗੇਗਾ ਹੀ ਨਹੀਂ ਹੈ। ਇਹ ਮਿਸ਼ਰਣ ਦੇ ਵਿੱਚ ਸਾਰਾ ਕੁਝ ਉਗਾਇਆ ਜਾਂਦਾ ਹੈ। ਇਹ ਵਾਲੀ ਖੇਤੀ ਤਾਂ ਸੂਟ ਬੂਟ ਪਾ ਕੇ ਵੀ ਹੋ ਸਕਦੀ ਹੈ। ਤੁਹਾਨੂੰ ਮੈਂ ਲੈ ਕੇ ਆਈ ਹਾਂ ਅੱਜ ਇੱਕ ਜਾਦੂ ਦੀ ਦੁਨੀਆ ਦੇ ਵਿੱਚ। ਜਾਦੂ ਦੀ ਦੁਨੀਆ ਕਿਉਂ ਕਹਿ ਰਹੀ ਹਾਂ? ਕਿਉਂਕਿ ਇੱਥੇ ਸਬਜ਼ੀਆਂ ਹਵਾ ਦੇ ਵਿੱਚ ਉੱਗਦੀਆਂ ਨੇ, ਫਲ ਪਾਣੀ ਆਪਣੇ ਆਪ ਲੈ ਲੈਂਦੇ ਨੇ। ਇੱਕ ਕਲਿੱਕ ਕਰੋਗੇ ਮੋਬਾਈਲ ਤੇ, ਯਾਨੀ ਟੱਚ ਸਕਰੀਨ ਦਾ ਟੱਚ ਨੱਪੋਗੇ ਤੇ ਉਹ ਟੱਚ ਨੱਪਣ ਦੇ ਬਾਅਦ ਇੱਥੇ ਬਹੁਤ ਕੁਝ ਹੋਣਾ ਸ਼ੁਰੂ ਹੋ ਜਾਏਗਾ। ਮਤਲਬ ਇਹੋ ਕੁਝ ਹੋਣਾ ਸ਼ੁਰੂ ਹੋ ਜਾਏਗਾ ਕਿ ਤੁਸੀਂ ਇੱਥੇ ਬੈਠੇ ਬੈਠੇ ਡਰ ਜਾਓਗੇ ਕਿ ਇਹ ਕਿੰਨੇ ਕੀਤਾ। ਪਰ ਉਹ ਮੋਬਾਈਲ ਆਪਰੇਟਡ ਹੁੰਦਾ ਹੈ। ਸਭ ਕੁਝ ਇੰਨਾ ਆਟੋਮੈਟਿਕ ਕਿ ਤੁਸੀਂ ਸੋਚੋਗੇ ਕਿ ਇਹ ਵਾਲੀ ਖੇਤੀ ਤਾਂ ਸੂਟ ਬੂਟ ਪਾ ਕੇ ਵੀ ਹੋ ਸਕਦੀ ਹੈ। ਤੁਸੀਂ ਕਿਤੇ ਵਿਆਹ ਵੀ 'ਤੇ ਜਾਣਾ ਹੋਵੇ ਤੇ ਟਾਈ ਟੂਈ ਲਾਈ ਹੋਵੇ, ਹੈ ਨਾ, ਤੇ ਤੁਸੀਂ ਸੋਚੋ ਵੀ ਹੁਣ ਕੀ ਮਿੱਟੀ ਨਾਲ ਮਿੱਟੀ ਹੋਣਾ, ਲੋੜ ਨਹੀਂ ਪੈਣੀ, ਤੁਹਾਡੇ ਸੂਟ ਨੂੰ ਕੁਛ ਨਹੀਂ ਹੋਣਾ। ਸੋ ਅਜਿਹੇ ਵਿੱਚ ਇੱਥੇ ਅਜਿਹਾ ਕੀ ਹੁੰਦਾ ਕਿ ਬਿਲਕੁਲ ਖੇਤੀਬਾੜੀ ਦੀ ਡੈਫੀਨੇਸ਼ਨ ਚੇਂਜ ਹੋ ਗਈ ਹੈ। ਫਿਰ ਉਸ ਤੋਂ ਬਾਅਦ ਇੱਕ ਚੀਜ਼ ਹੋਰ, ਨਾਲੋਂ ਨਾਲ ਤੁਸੀਂ ਲੱਖਾਂ ਕਮਾ ਵੀ ਰਹੇ ਹੋ ਅਤੇ ਲੱਖਾਂ ਜਿਹੜੇ ਨੇ ਉਹ ਕਰੋੜਾਂ 'ਚ ਵੀ ਪਹੁੰਚ ਸਕਦੇ ਨੇ। ਕਮਾਉਣੇ ਨੇ, ਕਰਨੀ ਹੈ ਇਹੋ ਜਿਹੀ ਹਾਈ ਫਾਈ ਖੇਤੀ, ਕੀ ਕਹਿੰਦੇ ਨੇ ਇਹਨੂੰ, ਸਭ ਕੁਝ ਜਾਣਾਂਗੇ। ਫਾਰਮ ਕਿਹਦਾ ਹੈ, ਆਈਡੀਆ ਕਿਹਨੇ ਦਿੱਤਾ, ਇਹ ਵੀ ਜਾਣਾਂਗੇ। ਚਲੋ ਚੱਲ। ਇੰਨੀਆਂ ਸਾਰੀਆਂ ਰਿਪਿਊਟਡ ਪੋਸਟ ਤੋਂ ਰਿਟਾਇਰ ਹੋ ਕੇ ਫਾਰਮਿੰਗ, ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਫਾਰਮਿੰਗ ਸਿਰਫ ਰਿਟਾਇਰਮੈਂਟ ਤੋਂ ਬਾਅਦ ਹੀ ਕਰ ਸਕਦੇ ਹੋ? ਮੈਂ ਤੁਹਾਨੂੰ ਕਿਹਾ ਨਾ ਕਿ ਅੱਜ ਸੋਚ ਜਿਹੜੀ ਹੈ ਬਿਲਕੁਲ ਬਦਲਣ ਵਾਲੀ ਹੈਗੀ ਹੈ, ਕਿਉਂਕਿ ਅੱਜ ਬਹੁਤ ਰੈਵੋਲਿਊਸ਼ਨਰੀ, ਜਿਹਨੂੰ ਕਹਿੰਦੇ ਨਾ ਵੀ ਕੁਝ ਕ੍ਰਾਂਤੀਕਾਰੀ ਵੇਖਣਾ ਹੋਵੇ, ਜ਼ਿੰਦਗੀ ਬਦਲਣ ਵਾਲਾ ਵੇਖਣਾ ਹੋਵੇ, ਅੱਜ ਤੁਹਾਨੂੰ ਦਿਖਾਉਣ ਵਾਲੇ ਅਤੇ ਸਾਡੇ ਨਾਲ ਹਰਦੀਪ ਸਿੰਘ ਕਿੰਗਰਾ ਮੌਜੂਦ ਹੈਗੇ ਨੇ। ਪੂਰੀ ਜ਼ਿੰਦਗੀ ਸਰਕਾਰਾਂ ਨੂੰ ਸਰਵ ਕੀਤਾ
ਪਰ ਨਾਲ ਇੱਕ ਅਜਿਹਾ ਸ਼ੌਕ ਬਰਕਰਾਰ ਰੱਖਿਆ ਜੋ ਕਿ ਅੱਜ ਕੰਮ ਵੀ ਆ ਰਿਹਾ ਹੈ ਤੇ ਅੱਗੇ ਜਿਹੜੇ ਹੁਣ ਨੌਜਵਾਨ ਹੈਗੇ ਨੇ ਜਿਹੜੇ ਖੇਤੀਬਾੜੀ ਤੋਂ ਭੱਜਦੇ ਨੇ ਕਿ ਨਹੀਂ ਖੇਤੀਬਾੜੀ ਨਹੀਂ ਕੁਝ ਹੋਰ ਕਰਾ ਲਓ, ਇਹ ਦੱਸਣਗੇ ਵੀ ਕਿਉਂ। ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮੱਚ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਹੁਣੇ ਪਹਿਲੀ ਗੱਲ ਹੀ ਸ਼ੁਰੂ ਕੀਤੀ ਹੈ ਕਿ ਲੋਕ ਖੇਤੀ ਤੋਂ ਕਿਉਂ ਭੱਜਦੇ ਨੇ। ਖੇਤੀ ਬਾਰੇ ਕਹਾਵਤ ਹੈ ਕਿ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ। ਜਦੋਂ ਮੈਂ ਖੇਤੀ ਕਰਦਾ ਸੀ ਮੈਨੂੰ ਵੀ ਉਦੋਂ ਲੱਗਦਾ ਸੀ ਕਿ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ ਤੇ ਮੈਂ ਇਹ ਸੋਚਿਆ ਕਿ ਸਭ ਤੋਂ ਪਹਿਲਾਂ ਖੇਤੀ 'ਚੋਂ ਮਿੱਟੀ ਕੱਢੀ ਜਾਵੇ ਕਿਸੇ ਤਰੀਕੇ ਨਾਲ, ਤਾਂ ਕਿ ਇਹ ਹੁਣ ਤੁਸੀਂ ਦੇਖੋ ਖੇਤੀ ਜਿਹੜੀ ਹੈ ਇਹ ਟਾਈ ਕੋਟ ਲਾ ਕੇ ਵੀ ਤੁਸੀਂ ਕਰ ਸਕਦੇ ਹੋ। ਇਹ ਸਾਰੀ ਖੇਤੀ ਦੇ ਵਿੱਚ ਮਿੱਟੀ ਦਾ ਕੋਈ ਰੋਲ ਨਹੀਂ ਹੈਗਾ, ਬਿਲਕੁਲ ਮਿੱਟੀ ਦਾ ਇਸਤੇਮਾਲ ਨਹੀਂ ਹੁੰਦਾ ਕਿਸੇ ਤਰੀਕੇ ਨਾਲ ਵੀ। ਤੇ ਬਾਕੀ ਜਿੱਥੋਂ ਤੱਕ ਸ਼ੌਕ ਦੀ ਗੱਲ ਹੈ, ਮੇਰੇ ਪੜ੍ਹਾਈ ਦੇ ਕੈਰੀਅਰ ਦੇ ਵਿੱਚ ਮੈਂ 3-4 ਸਾਲ ਪੜ੍ਹਾਈ ਛੱਡ ਕੇ ਵਾਹੀ ਕੀਤੀ ਸੀ ਤੇ ਬਾਕੀ ਰਿਟਾਇਰਮੈਂਟ ਤੋਂ ਬਾਅਦ ਬੰਦਾ ਰਿਟਾਇਰ ਗਵਰਨਮੈਂਟ ਸਰਵਿਸ ਤੋਂ ਹੋਇਆ, ਕੋਈ ਰਿਟਾਇਰ ਥੋੜੀ ਹੋਣਾ ਹੁੰਦਾ ਹੈਗਾ। ਉਹ ਤਾਂ ਇਹ ਹੁੰਦਾ ਵੀ ਯੂ ਚੇਂਜ ਯੂਰ ਪ੍ਰੋਫੈਸ਼ਨ ਫਰੋਮ ਵਨ ਥਿੰਗ ਟੂ ਦੀ ਅਦਰ। ਤਾਂ ਇਹ ਦੋ ਇੰਡੇਵਰ ਸੀ ਜਿਨ੍ਹਾਂ ਨੇ ਮੈਨੂੰ ਇਸ ਪਾਰਟਿਕੂਲਰ ਟੈਕਨੋਲੋਜੀ ਵੱਲ ਅਟਰੈਕਟ ਕੀਤਾ। ਮੈਂ ਇਹ ਦੁਨੀਆ ਦੇ ਵਿੱਚ ਬਾਹਰਲੇ ਮੁਲਕਾਂ 'ਚ ਬਹੁਤ ਦੇਖਿਆ, ਇਜ਼ਰਾਈਲ 'ਚ, ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਜਾਪਾਨ ਦੇ ਵਿੱਚ, ਕਿ ਲੋਕ ਇਸ ਤਰ੍ਹਾਂ ਦੀ ਖੇਤੀ, ਇਹ ਕਹਿੰਦੇ ਨੇ ਖੇਤੀ ਦਾ ਭਵਿੱਖ ਹੈ, ਇਹ ਦਿਸ ਇਜ਼ ਦਾ ਫਿਊਚਰ ਆਫ ਐਗਰੀਕਲਚਰ। ਸੋ ਇਸ ਕਰਕੇ ਅਸੀਂ ਇਹ ਫਾਰਮ ਜਿਹੜਾ ਇੱਥੇ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਇਹ ਫਾਰਮ ਜਿਹੜਾ ਹੈ ਕਿੰਨੇ ਏਰੀਆ 'ਚ ਬਣਿਆ ਹੋਇਆ ਤੇ ਦੂਸਰੀ ਗੱਲ ਜਿਹੜੀ ਮੇਨ ਗੱਲ ਹੈ ਜਿੱਥੋਂ ਆਪਾਂ ਸ਼ੁਰੂਆਤ ਕਰਾਂਗੇ ਕਿ ਇਸ ਖੇਤੀ ਨੂੰ ਕਹਿੰਦੇ ਕੀ ਆ। ਜਿਵੇਂ ਮੈਨੂੰ ਦੱਸਿਆ ਗਿਆ ਕਿ ਇਹਨੂੰ ਕਹਿੰਦੇ ਆ ਹਾਈਡਰੋਪੋਨਿਕ ਖੇਤੀ ਹੈਗੀ ਆ ਤੇ ਇਹਨੂੰ ਹਾਈਡਰੋਪੋਨਿਕ ਕਿਉਂ ਕਹਿੰਦੇ ਆ। ਫਿਰ ਦੂਸਰੀ ਗੱਲ ਜਿਹੜਾ ਇਹ ਏਰੀਆ ਕਿੰਨੇ 'ਚ ਬਣਿਆ ਹੋਇਆ, ਕਿੰਨੇ ਪੈਸੇ ਲੱਗਦੇ ਨੇ ਇਹਨੂੰ ਐਸਟੈਬਲਿਸ਼ ਕਰਨ ਦੇ ਵਿੱਚ, ਕੋਈ ਵੀ ਚੀਜ਼ ਮਿਸ ਨਹੀਂ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਤੁਸੀਂ ਸਭ ਕੁਝ ਕਰਨਾ ਹੈ। ਅੱਜ ਕਿੰਗਰਾ ਸਾਹਿਬ ਸਾਡੇ ਨਾਲ ਨੇ, ਟਾਈਮ ਕੱਢ ਕੇ ਆਏ ਹੋਏ ਨੇ, ਸਾਨੂੰ ਸਭ ਕੁਝ ਜਿਹੜਾ ਹੈ ਉਹ ਨਹੀਂ ਟਾਈਮ ਕੱਢ ਕੇ ਆਏ ਹੋਏ, ਐਕਚੁਅਲੀ ਅਸੀਂ ਉਹਨਾਂ ਦੇ ਫਾਰਮ 'ਚ ਆਏ ਹੋਏ ਤੇ ਉਹਨਾਂ ਨੇ ਸਾਡੇ ਵਾਸਤੇ ਟਾਈਮ ਕੱਢਿਆ ਹੋਇਆ। ਸੋ ਪਹਿਲਾਂ ਤੇ ਇਹ ਲੈਟਸ ਹੈ ਨਾ। ਹਾਂਜੀ, ਲੈਟਸ। ਤੇ ਇਹ ਸਾਰਾ ਕੁਝ ਹੈ ਹਾਈਡਰੋਪੋਨਿਕ ਖੇਤੀ ਦਾ ਹੀ ਹਿੱਸਾ ਹੈ। ਦੇਖੋ ਤੁਸੀਂ ਰਾਈਟਲੀ ਇਹਨੂੰ ਕਿਹਾ ਕਿ ਹਾਈਡਰੋਪੋਨਿਕ ਹੈ। ਇਹ ਕਈ ਲੋਕ ਇਹਨੂੰ ਸੋਇਲਲੈਸ ਐਗਰੀਕਲਚਰ ਵੀ ਕਹਿੰਦੇ ਆ, ਪਰ ਇਹਦੇ ਵਿੱਚ ਪਾਣੀ ਦਾ ਮੇਜਰ ਰੋਲ ਹੈਗਾ ਕਿਉਂਕਿ ਪਾਣੀ ਜਿਹੜਾ ਤੁਹਾਨੂੰ ਬਹੁਤ ਸਾਫ਼, ਸਾਰੇ ਦਾ ਸਾਰਾ ਪਾਣੀ ਆਰਓ ਦਾ ਇਸਤੇਮਾਲ ਹੁੰਦਾ ਹੈਗਾ। ਅੱਛਾ। ਬਿਲਕੁਲ ਧਰਤੀ ਦੇ ਥੱਲੇ ਪਾਣੀ ਨਹੀਂ ਕੱਢਿਆ ਜਾਂਦਾ, ਇੱਕ ਤੁਪਕਾ ਵੀ ਪਾਣੀ ਦਾ ਜਿਹੜਾ ਹੈ ਉਹ ਧਰਤੀ ਦੇ ਉੱਤੇ ਡਿੱਗਦਾ ਨਹੀਂਗਾ ਬਾਅਦ ਦੇ ਵਿੱਚ। ਸੋ ਕਿਸੇ ਕਿਸਮ ਦੀ এনवायरमेंट ਨੂੰ ਕੋਈ ਡੈਮੇਜ ਨਹੀਂ ਕਰਦੀ ਇਹ ਖੇਤੀ, ਨਾ ਧਰਤੀ ਨੂੰ ਡੈਮੇਜ ਕਰਦੀ ਹੈ ਨਾ ਹਵਾ ਨੂੰ ਡੈਮੇਜ ਕਰਦੀ ਹੈ। ਤੁਸੀਂ ਦੇਖੋ ਇਹ ਸਾਰੇ ਦਾ ਸਾਰਾ ਜਿਹੜਾ ਪਾਣੀ ਦੇ ਵਿੱਚ ਉਧਰੋਂ ਪਾਣੀ ਐਂਟਰ ਹੁੰਦਾ ਤੇ ਇੱਧਰ ਪਾਣੀ ਬਾਹਰ ਨਿਕਲ ਜਾਂਦਾ ਹੈਗਾ ਤੇ ਬੂਟੇ ਨੂੰ ਜੋ ਚਾਹੀਦਾ ਉਹਨੇ ਚ ਲੈ ਲੈਂਦਾ। ਇਹਦੇ ਤੇ ਕਿਸੇ ਤੇ ਕੋਈ ਸਪਰੇਅ ਕੁਝ ਨਹੀਂ ਕੀਤਾ ਹੋਇਆ। ਤੁਸੀਂ ਦੇਖੋ ਪੱਤਾ ਤੋੜੋ ਤੇ ਤੁਸੀਂ ਬਿਲਕੁਲ ਇਹਨੂੰ ਖਾ ਸਕਦੇ ਹੋ, ਕੋਈ ਤੁਹਾਨੂੰ ਲੋੜ ਨਹੀਂ ਹੈਗੀ ਕਿਉਂਕਿ ਮੇਰੀ ਇਹ ਚੀਜ਼ ਹੈ, ਮੈਨੂੰ ਪਤਾ ਵੀ ਧੋਣ ਦੀ ਵੀ ਲੋੜ ਹੈ ਨਹੀਂ। ਸੋ ਇਸ ਕਰਕੇ ਇਹ ਫਿਊਚਰ ਹੈ ਖੇਤੀ ਦਾ ਤੇ ਇਹ ਬਿਨਾਂ ਮਿੱਟੀ ਤੋਂ ਖੇਤੀ ਹੈ, ਕੋਟ ਪੈਂਟ ਨਾਲ ਕਰਨ ਵਾਲੀ ਖੇਤੀ ਹੈ, ਪੜ੍ਹੇ ਲਿਖੇ ਲੋਕਾਂ ਦੇ ਕਰਨ ਵਾਲੀ ਖੇਤੀ ਹੈ ਜੀ। ਤੇ ਕਿੰਨਾ ਏਰੀਆ ਕਿੰਨਾ ਜਿੰਨੇ 'ਚ ਤੁਸੀਂ ਫਾਰਮ ਐਸਟੈਬਲਿਸ਼ ਸਾਡਾ 2000 ਸਕੁਅਰ ਮੀਟਰ ਹੈ ਜੀ। ਇਹਦੇ ਉੱਤੇ ਜੇ ਤੁਸੀਂ ਕਿਸੇ ਕੰਸਲਟੈਂਟ ਨੂੰ ਕਹੋਗੇ ਕਿ ਲਾਊਗਾ ਤਾਂ ਉਹ 5000 ਰੁਪਇਆ ਕਹੇਗਾ ਪਰ ਸਕੁਅਰ ਮੀਟਰ, ਪਰ ਜੇ ਤੁਸੀਂ ਆਪ ਲਾਓਗੇ, ਥੋੜਾ ਜਿਹਾ ਸਿੱਖ ਕੇ ਲਾਓਗੇ ਤਾਂ ਇਹ 3000 ਤੋਂ 3500 ਰੁਪਏ ਪਰ ਸਕੁਅਰ ਮੀਟਰ ਜਿਹੜਾ ਤੁਸੀਂ ਇਹਨੂੰ ਲਾ ਸਕਦੇ ਹੋ। ਤੇ ਜਿਵੇਂ ਸਪੋਜ਼ ਜਿਨ੍ਹਾਂ ਕੋਲ ਇੰਨੀ ਲੈਂਡ ਨਹੀਂ ਹੈਗੀ, ਜਿਹੜੀ ਬਹੁਤ ਥੋੜੇ ਜਿਹੇ ਏਰੀਆ ਤੇ ਹਾਈਡਰੋਪੋਨਿਕ ਖੇਤੀ ਕਰਨਾ ਚਾਹੁੰਦੇ ਹੈਗੇ ਆ, ਉਹ ਵੀ ਕਰ ਸਕਦੇ, ਉਹਨਾਂ ਵਾਸਤੇ ਵੀ ਪੋਸੀਬਿਲਿਟੀ ਹੈ। ਹਾਂਜੀ, ਤੁਸੀਂ ਇਹ ਖੇਤੀ ਆਪਦੇ ਘਰ ਵਾਸਤੇ, ਲੈਟ ਅਸ ਪ੍ਰੋਡਿਊਸ ਆਵਰ ਓਨ ਫੂਡ, ਇੱਕ ਦੁਨੀਆ ਦੇ ਵਿੱਚ ਕਹਾਵਤ ਚੱਲੀ ਹੋਈ ਹੈ, ਇੱਕ ਟ੍ਰੈਂਡ ਚੱਲਿਆ ਹੋਇਆ ਹੈ। ਤੁਸੀਂ ਆਪਦੀ ਘਰ ਦੀ ਛੱਤ ਤੇ ਲਾ ਸਕਦੇ ਹੋ, ਤੁਸੀਂ ਆਪਦੇ ਘਰ ਦੀ ਬਾਲਕਨੀ 'ਚ ਲਾ ਸਕਦੇ ਹੋ, ਛੋਟੇ ਸਿਸਟਮ। ਇਸੇ ਤਰ੍ਹਾਂ ਤੁਸੀਂ ਕੱਲ੍ਹ ਪਰਸੋਂ ਹੀ ਇੱਕ ਨਿਊਜ਼ ਆਈਟਮ ਸੀਗੀ ਕਿ ਇੱਕ ਤੁਹਾਡੇ ਹੀ ਪ੍ਰੋਫੈਸ਼ਨ ਦਾ ਬੰਦਾ ਜਰਨਲਿਸਟ ਹੈ, ਉਹਦਾ 3 ਸਟੋਰੀ ਘਰ ਸੀ ਲਖਨਊ ਦੇ ਵਿੱਚ, ਉਹਨੇ ਸਾਰਾ ਘਰ ਹੀ ਹਾਈਡਰੋਪੋਨਿਕ ਫਾਰਮ 'ਚ ਬਦਲ ਦਿੱਤਾ ਆਪਣਾ। ਸੋ ਇਸ ਤਰ੍ਹਾਂ ਤੁਸੀਂ ਇਹਨੂੰ ਕਿਤੇ ਵੀ ਕਰ ਸਕਦੇ ਹੋ, ਥੋੜੀ ਤੋਂ ਥੋੜੀ ਜ਼ਮੀਨ 'ਚ ਵੀ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਜ਼ਮੀਨ। ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਫਾਰਮ ਹੈ 250 ਏਕੜ 'ਚ ਹੈ। ਭਾਰਤ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਫਾਰਮ ਹੈ 140 ਏਕੜ 'ਚ ਹੈ, ਹੈਦਰਾਬਾਦ ਦੇ ਵਿੱਚ। ਇਸ 'ਚ ਸਭ ਤੋਂ ਇੰਟਰਸਟਿੰਗ ਚੀਜ਼ ਕਿੰਗਰਾ ਸਾਹਿਬ ਇਹ ਆ, ਇੱਕ ਤਾਂ ਤੁਸੀਂ ਲੈਟਸ ਖਾਦੀ ਸਿੱਧੀ ਖਾ ਲਈ, ਨਹੀਂ ਤੇ ਅਸੀਂ ਤੇ ਪਤਾ ਨਹੀਂ ਕਿੱਦਾਂ ਧੋਂਦੇ ਆ ਅੱਜ ਕੱਲ੍ਹ, ਤੇ ਕੁਝ ਇਹੋ ਜਿਹੇ ਇਕਵਿਪਮੈਂਟਸ ਵੀ ਆ ਗਏ ਜਿਹੜੇ ਕਿ ਗੋਲ ਉਹਨੂੰ ਘੁਮਾਉਂਦੇ ਆ, ਫਿਰ ਕਹਿੰਦੇ ਆ ਕਿ ਇਹ ਫਰੈਸ਼ ਹੋ ਗਿਆ, ਫਿਰ ਖਾਓ ਕੀਟਾਣੂ ਨਿਕਲ ਗਏ, ਆ ਸਭ ਹੈ ਨਾ। ਦੂਸਰੀ ਇੰਟਰਸਟਿੰਗ ਚੀਜ਼ ਜਿਹੜੀ ਮੈਨੂੰ ਲੱਗਦੀ ਆ ਉਹ ਹੈਗੀ ਹੈ ਟੈਕਨੋਲੋਜੀ। ਕਿਸ ਤਰ੍ਹਾਂ ਦੀ ਤਕਨੀਕ ਨਾਲ ਚੱਲਦਾ ਹੈ, ਕਿਉਂਕਿ ਤੁਸੀਂ ਕਿਹਾ ਕਿ ਸਿਰਫ ਆਰਓ ਯੂਜ਼ ਕਰਦੇ ਹੋ। ਮੈਂ ਤੁਹਾਨੂੰ ਦਿਖਾਉਣਾ ਜੀ। ਇਹ ਬੂਟੇ ਨੂੰ ਅਸੀਂ ਬਾਹਰ ਕੱਢ ਲੈਂਦੇ ਹਾਂ, ਇਹਦੀਆਂ ਜੜ੍ਹਾਂ ਵੇਖੋ ਤੁਸੀਂ ਕਿੰਨੀਆਂ ਸਾਫ਼ ਜੜ੍ਹਾਂ, ਚਿੱਟੀਆਂ, ਕੋਈ ਕਿਸੇ ਕਿਸਮ ਦੀ ਬਿਮਾਰੀ ਨਹੀਂ ਹੈਗੀ। ਜਦੋਂ ਕੋਈ ਬਿਮਾਰੀ ਨਹੀਂ ਹੈਗੀ ਅਸੀਂ ਸਪਰੇਅ ਕਰਨੀ ਕਾਹਦੇ ਵਾਸਤੇ। ਇਹ ਪੁਰਾਣਾ ਪੱਤਾ ਹੋ ਗਿਆ, ਇਹਨੂੰ ਅਸੀਂ ਕੱਢ ਦੇਣਾ ਜਦੋਂ ਜਾਣਾ ਮਾਰਕੀਟ 'ਚ ਨੇ। ਅੱਛਾ। ਸੋ ਤੁਸੀਂ ਕਿਸੇ ਨੂੰ ਵੀ, ਇਹ ਨਹੀਂ ਕਿਸੇ ਬੂਟੇ ਨੂੰ ਕੱਢ ਕੇ ਦੇਖ ਲਓ ਤੁਸੀਂ, ਬਿਲਕੁਲ ਐਨ ਦੇਖੋ ਤੁਸੀਂ, ਐਨ ਕਿਸੇ ਕਿਸਮ ਦਾ ਕੋਈ ਜੜ ਇਸ ਤਰ੍ਹਾਂ ਦੀ ਹੈਗੀ ਨਹੀਂ ਹੈਗੀ ਹੈ। ਸੋ ਤੁਸੀਂ ਇਹਨੂੰ ਬਿਲਕੁਲ ਇਹ ਕਹਿ ਸਕਦੇ ਹੋ ਕਿ ਇਸ ਤੋਂ ਸਾਫ਼ ਸੁਥਰੀ, ਕਿਉਂਕਿ ਕੀਟਾਣੂ ਕਿੱਥੋਂ ਆਉਂਦੇ ਨੇ, ਜਾਂ ਤਾਂ ਹਵਾ 'ਚੋਂ ਆਉਂਦੇ ਨੇ ਜਾਂ ਮਿੱਟੀ 'ਚੋਂ ਆਉਂਦੇ ਨੇ। ਹਵਾ ਦੇ ਚਾਰੇ ਪਾਸੇ ਜਾਲੀ ਲੱਗੀ ਹੋਈ ਹੈ। ਤੁਸੀਂ ਦੇਖਿਆ ਐਂਟਰੀ ਦੇ ਉੱਤੇ ਸਾਡੇ ਉਹ ਯੈਲੋ ਸਟਿਕਿੰਗ ਪੈਡ ਲੱਗਿਆ ਹੋਇਆ ਬਹੁਤ ਵੱਡਾ 4x6 ਦਾ, ਉਹ ਅੰਦਰ ਹੀ ਨਹੀਂ ਆਉਣ ਦਿੰਦਾ। ਜਦੋਂ ਇਨਸੈਕਟ ਅੰਦਰ ਨਹੀਂ ਆਉਣਾ, ਕੋਈ ਅੰਦਰ ਬਿਮਾਰੀ ਨਹੀਂ ਆਉਣੀ, ਤੇ ਫਿਰ ਇੱਥੇ ਸਪਰੇਅ ਕਾਹਦੇ ਵਾਸਤੇ ਕਰਨੀ ਹੈ ਅਸੀਂ, ਧਰਤੀ ਨਾਲ ਨਹੀਂ ਇਹਨੇ ਲੱਗਣਾ।
ਜੀ ਸੋ ਦੈਟ ਇਜ਼ ਵਾਈ ਇਟ ਇਜ਼ ਸੋ ਕਲੀਨ ਕਿ ਤੁਸੀਂ ਇਹਨੂੰ ਜਿਵੇਂ ਮਰਜ਼ੀ ਉਹ ਖਾ ਸਕਦੇ ਹੋ ਤੋੜ ਕੇ, ਕੋਈ ਪ੍ਰੋਬਲਮ ਨਹੀਂ ਹੈਗੀ ਜੀ। ਇੱਕ ਨਾ ਇੱਧਰ ਵੀ ਜਿਵੇਂ ਟੈਂਕੀਆਂ ਹਾਂ। ਹੈਗੀਆਂ, ਇਹ ਕਿਸ ਤਰ੍ਹਾਂ ਹੈ, ਕੀ ਇਹ ਸਿਸਟਮ ਦੇਖੋ ਇਹ ਨਾ ਸਾਰਾ ਪਾਣੀ ਜਿਹੜਾ ਹੈ ਇੱਥੋਂ ਜਾਂਦਾ ਤੇ ਇੱਥੇ ਹੀ ਮੁੜ ਆਉਂਦਾ ਹੈ। ਜੀ ਇਹ ਪੂਰੇ ਦਾ ਪੂਰਾ ਜਿਹੜਾ ਸਿਸਟਮ ਹੈ ਨਾ ਸਾਡਾ, ਇਹ ਵਾਈਫਾਈ ਕੰਟਰੋਲਡ ਹੈ। ਮੈਂ ਅੱਛਾ। ਦੁਨੀਆ ਚੋਂ ਕਿਤੋਂ ਵੀ ਆਪਣੇ ਫਾਰਮ ਨੂੰ ਕੰਟਰੋਲ ਕਰ ਸਕਦਾ। ਦੇਖੋ ਤੁਹਾਡੇ ਸਾਹਮਣੇ ਇੱਕ ਮੋਟਰ ਚੱਲੀ ਹੈ, ਜੀ। ਇਸ ਮੋਟਰ ਨੂੰ ਮੈਂ ਬੰਦ ਕਰਾਂਗਾ, ਮੇਰੇ ਮੋਬਾਈਲ ਫੋਨ ਤੋਂ ਬੰਦ ਹੋ ਜਾਏਗੀ ਇਹ। ਇੱਕ ਮਿੰਟ ਰੁਕਿਓ। ਹਾਂ ਮੈਂ ਤੁਹਾਨੂੰ ਦਿਖਾਉਣਾਗਾ। ਹਾਂਜੀ, ਹਾਂਜੀ। ਆ ਦੇਖੋ ਸਾਰੀਆਂ ਮੋਟਰਾਂ ਦੇ ਨਾਲ ਆਰਓ ਪੰਪ, ਸਟ੍ਰਾਬੇਰੀ ਦਾ ਪੰਪ, ਮਿਸਟਿੰਗ ਪੰਪ, ਐਨਐਫਟੀ ਦਾ ਪੰਪ। ਹੁਣ ਐਨਐਫਟੀ ਦਾ ਪੰਪ ਚੱਲਿਆ, ਅੱਛਾ। ਇਹਨੂੰ ਮੈਂ ਐਨਐਫਟੀ ਪੰਪ ਇੱਥੋਂ ਕਰ ਦਿਆਂਗਾ। ਆ ਦੇਖੋ ਇੱਥੇ ਮੋਟਰ ਪਾਵਰ ਆਨ ਹੈ, ਅੱਛਾ, ਮੋਟਰ ਬੰਦ ਹੋ ਗਈ, ਬੰਦ ਹੋ ਗਈ। ਹੁਣ ਚਲਾਓ ਇੱਥੋਂ ਹੀ। ਇੱਥੇ ਹੀ ਚੱਲ ਪਏਗੀ। ਕਿੰਨਾ ਚਿਰ ਚਲਾਉਣੀ ਹੈ ਇਹ ਵੀ ਮੈਂ ਕਰ ਸਕਦਾ ਇੱਥੇ ਕਿ ਮੋਟਰ ਜਿਹੜੀ ਹੈ 5 ਮਿੰਟ ਚੱਲੇ ਬਸ। ਇਹ 5 ਮਿੰਟ ਚੱਲ ਕੇ ਓਕੇ ਕਰਤਾ। ਹੁਣ ਇਹ ਕਹਿੰਦਾ 5 ਮਿੰਟ ਬਾਅਦ ਡਿਵਾਈਸ ਵਿਲ ਬੀ ਸ਼ਟ ਆਫ। ਉਹ ਕਮਾਲ ਹੈ। ਔਰ ਇੱਥੋਂ ਨਹੀਂ ਇਕੱਲਾ, ਜੇ ਮੈਂ ਕੈਨੇਡਾ ਚੋਂ ਵਾਂ, ਕਈ ਵਾਰ ਮੇਰਾ ਬੰਦਾ ਕਹਿੰਦਾ ਕੈਨੇਡਾ ਦੀ ਸਾਰਾ ਮੋਟਰ ਚਲਾਏ ਜੇ, ਉੱਥੋਂ ਵੀ ਮੈਂ ਮੋਟਰ ਚਲਾਉਂਦਾ ਰਿਹਾ। ਇਹ ਦੁਨੀਆ ਚੋਂ ਕਿਤੋਂ ਵੀ ਤੁਸੀਂ ਚਲਾ ਸਕਦੇ ਹੋ। ਪੂਰੇ ਦਾ ਪੂਰਾ ਜਿਹੜਾ ਫਾਰਮ ਹੈ ਉਹ ਵੀਡੀਓ ਦੇ ਉੱਤੇ ਹੈ, ਤੁਸੀਂ ਇਹਨੂੰ ਜਿੱਥੋਂ ਮਰਜ਼ੀ ਦੇਖ ਸਕਦੇ ਹੋ। ਆ ਦੇਖੋ ਤੁਹਾਨੂੰ ਮੈਂ ਦਿਖਾਉਣਾਗਾ, ਇਟ ਇਜ਼ ਆਲ ਕੈਮਰਾ ਫਿਟਡ ਨੇ ਸਾਰੇ। ਪੂਰਾ ਫਾਰਮ ਜੇ ਜਿੱਥੋਂ ਵੀ ਤੁਸੀਂ ਦੇਖਣਾ ਹੋਵੇ, ਆ ਦੇਖੋ ਤੁਸੀਂ। ਆਪਾਂ ਹੁਣ ਇੱਥੇ ਖੜੇ ਆ, ਲੈਟ ਅਸ ਸੀ। ਆ ਦੇਖੋ ਯੂ ਕੈਨ ਸੀ ਹੀਅਰ ਕਿ ਯੂ ਆਰ ਸਟੈਂਡਿੰਗ ਹੀਅਰ। ਰਾਈਟ। ਸੋ ਪੂਰੇ ਦਾ ਪੂਰਾ ਫਾਰਮ ਜਿਹੜਾ ਹੈ, ਇਹਦਾ ਹਰ ਕੋਨਾ ਫਾਰਮ ਦਾ ਜਿਹੜਾ ਹੈ ਇਹ ਵੀਡੀਓ ਦੇ ਉੱਤੇ ਤੁਹਾਨੂੰ ਵਿਜ਼ੀਬਲ ਹੁੰਦਾ। ਆ ਦੇਖੋ ਸਾਡਾ ਬੰਦਾ ਆ ਰਿਹਾ, ਸੋ ਉਹ ਸਾਨੂੰ ਇੱਥੋਂ ਦਿਖਾ ਦਿੰਦੇ ਆ। ਕੋਈ ਚੀਜ਼ ਫਰਜ਼ ਕਰੋ ਮੈਂ ਇੱਥੇ ਨਹੀਂ ਵੀ ਹੈਗਾ ਤਾਂ ਰਿਮੋਟਲੀ ਆਲਸੋ ਯੂ ਕੈਨ ਮੈਨੇਜ ਇਟ। ਸੋ ਮੈਨੂੰ ਲੱਗਦਾ ਹੈ ਕਦੀ ਦੇਖਿਆ, ਮੈਨੂੰ ਨਹੀਂ ਲੱਗਦਾ ਦੇਖਿਆ ਹੋਣਾ ਕਦੀ। ਮੋਬਾਈਲ ਤੋਂ ਖੇਤੀ ਹੋ ਰਹੀ ਹੈ, ਮੋਬਾਈਲ ਤੋਂ ਇਸ ਸਭ ਦਾ, ਸਾਰੇ ਪ੍ਰੋਡਕਟ ਦਾ ਧਿਆਨ ਜਿਹੜਾ ਹੈ ਉਹ ਰੱਖਿਆ ਜਾ ਰਿਹਾ। ਬਹੁਤ ਕਮਾਲ ਦੀ ਗੱਲ ਹੈਗੀ ਆ। ਉਧਰ ਵੀ ਮੈਨੂੰ ਕੁਝ ਇਕਵਿਪਮੈਂਟ ਨਜ਼ਰ ਆ ਰਹੇ ਆ। ਜੇ ਕੋਈ ਕਹਿੰਦਾ ਨਾ ਕਿ ਇਹ ਰੇਹ ਪਾਉਂਦੇ ਨੇ, ਦੇਖੋ ਚਾਹੇ ਤੁਸੀਂ ਫਾਰਮ ਯਾਰਡ ਮਨਿਓਰ ਪਾ ਦਿਓ, ਉੱਥੋਂ ਨਾਈਟ੍ਰੇਟ ਲੈ ਲੇ, ਜਾਂ ਤੁਸੀਂ ਕੈਲਸ਼ੀਅਮ ਨਾਈਟ੍ਰੇਟ ਪਾ ਦਿਓ। ਬੂਟੇ ਨੇ ਤਾਂ ਕੈਲਸ਼ੀਅਮ ਨਾਈਟ੍ਰੇਟ ਲੈਣਾ ਹੈ। ਜਿਹੜੇ ਬੰਦੇ ਕਹਿੰਦੇ ਨੇ ਕਿ ਫਾਰਮ ਯਾਰਡ ਮਨਿਓਰ ਜਿਹੜੀ ਜ਼ਿਆਦਾ ਵਧੀਆ ਹੈ ਕੈਲਸ਼ੀਅਮ ਨਾਈਟ੍ਰੇਟ ਨਾਲੋਂ, ਮੈਂ ਉਹਨਾਂ ਨਾਲ ਐਗਰੀ ਨਹੀਂ ਕਰਦਾਗਾ ਥੋੜਾ ਜਿਹਾ, ਕਿਉਂਕਿ ਬੋਟਨਿਸਟ ਹੋਣ ਦੇ ਨਾਤੇ ਮੈਨੂੰ ਪਤਾ ਤੁਸੀਂ ਮਿਰਚਾਂ ਦਾ ਬੂਟਾ ਘਰੇ ਰੱਖ ਲਓ, ਉਹਨੂੰ ਰੋਜ਼ ਖੰਡ ਪਾਓ, ਮਿੱਠਾ ਥੋੜੀ ਹੋ ਜਾਏਗਾ। ਜੋ ਮਰਜ਼ੀ ਹੋਵੇ ਧਰਤੀ 'ਚ ਬੂਟੇ ਨੇ ਉਹ ਲੈਣਾ ਜੋ ਬੂਟੇ ਨੂੰ ਚਾਹੀਦਾ। ਰਾਈਟ। ਉਹਦੇ ਵਾਸਤੇ ਇਹ ਨਿਊਟ੍ਰੀਐਂਟ ਮਿਕਸਿੰਗ ਸਿਸਟਮ ਹੈ ਜੀ। ਇਹ ਅੱਛਾ। ਇਹ 70,000 ਦਾ ਇੱਕ ਪੀਸ ਹੈਗਾ। ਇਹ ਫ੍ਰੈਂਚ ਇਕਵਿਪਮੈਂਟ ਹੈ, ਇਹਨੂੰ ਡੋਜ਼ਾਡਰੋਨ ਕਹਿੰਦੇ ਆ। ਓਕੇ। ਇਹ 1 ਲੀਟਰ ਪਾਣੀ ਲੈਂਦਾ ਇੱਥੋਂ, ਤੇ ਇੱਕ ਨਿਊਟ੍ਰੀਐਂਟ ਸੋਲੂਸ਼ਨ 1 ਲੀਟਰ ਇਹਦੇ ਚੋਂ, 1 ਲੀਟਰ ਨਿਊਟ੍ਰੀਐਂਟ ਸੋਲੂਸ਼ਨ ਇਹਦੇ ਚੋਂ ਲੈਂਦਾ ਤੇ 100 ਲੀਟਰ ਪਾਣੀ ਲੈ ਕੇ ਆਪਣੇ ਆਪ ਮਿਕਸ ਕਰਦਾ। ਇੱਥੇ ਮਿਕਸ ਹੋ ਜਾਂਦਾ ਤੇ ਇਹ ਬੂਟਿਆਂ ਨੂੰ ਚਲਾ ਜਾਂਦਾ। ਇਹਦੀ ਪ੍ਰੈਸੀਜਨ ਮਿਕਸਿੰਗ ਇੰਨੀ ਹੈ ਕਿ ਸਾਨੂੰ ਪਤਾ ਹੈ ਵੀ ਇਹਦੀ ਪੀਐਚ ਇੰਨੀ ਹੋਏਗੀ ਮਿਕਸਿੰਗ ਤੋਂ ਬਾਅਦ। ਜੀ ਬਿਲਕੁਲ ਓਨੀ ਮਿਕਸਿੰਗ, ਓਨੀ ਪੀਐਚ ਦੀ ਹੁੰਦੀ ਹੈ। ਅਸੀਂ ਚੈੱਕ ਕਰਦੇ ਹਾਂ ਤੇ ਬਿਲਕੁਲ ਸੋਲੂਸ਼ਨ ਜਿਹੜਾ ਸਾਡਾ ਟੂ ਦੀ ਲਾਸਟ ਪੁਆਇੰਟ ਐਕੂਰੇਟ ਜਿਹੜਾ ਹੈ ਬੂਟਿਆਂ ਨੂੰ ਚੱਲਦਾ ਹੈਗਾ। ਸਰ ਫਾਰਮ ਸਾਨੂੰ ਨਾਲ ਘੁਮਾਓ ਤੇ ਨਾਲ ਅਸੀਂ ਗੱਲਾਂ ਕਰਦੇ ਰਹਿੰਦੇ। ਕਿੱਧਰੋਂ ਦੀ ਚੱਲੀਏ? ਇਧਰੋਂ ਦੀ ਚੱਲੀਏ? ਇਧਰੋਂ ਦੀ ਚੱਲਦੇ ਹੈਗਾ। 5 ਕਿਸਮ ਦੀ ਲੈਟਸ ਲੱਗੀ ਹੋਈ ਹੈ ਇੱਥੇ। ਦੇਖੋ ਇਹ ਹੈਗੀ ਆ ਰੋਮੇਨ ਲੈਟਸ। ਓਕੇ। ਇਹ ਹੈਗੀ ਹੈ ਬਟਰ ਹੈਡ ਲੈਟਸ। ਓਕੇ। ਇਹ ਹੈਗੀ ਹੈ ਗ੍ਰੀਨ ਲੈਟਸ ਤੇ ਇਹ ਹੈਗੀ ਹੈ ਰੈੱਡ ਲੈਟਸ। ਓਕੇ। ਇਹ ਲੈਟਸ ਸਾਡੀ ਇੱਥੋਂ 400 ਰੁਪਏ ਕਿਲੋ ਦੇ ਹਿਸਾਬ ਨਾਲ ਜਾਂਦੀ ਹੈ। ਪਰਲੇ ਪਾਸੇ ਜਿਹੜੀ ਲਾਈਨ ਲੱਗੀ ਹੋਈ ਆ ਉਹ ਬੇਸਲ ਹੈ, ਇਟਾਲੀਅਨ ਬੇਸਲ। ਇਟਾਲੀਅਨ ਬੇਸਲ ਜਿਹੜਾ 1000 ਰੁਪਏ ਕਿਲੋ ਸਾਡਾ ਇੱਥੋਂ ਜਾਂਦਾ ਹੈਗਾ। 100 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਔਰ 100 ਰੁਪਏ ਦੀ ਅਸੀਂ ਦਿੰਨੇ ਆ ਉਹ। ਓਕੇ। ਤੇ ਇੱਧਰ ਸਾਡੇ ਇਹ ਸਾਰੇ ਦੇ ਸਾਰੇ ਇੱਕ ਸਿਸਟਮ ਹੁੰਦਾ, ਉਹਨੂੰ ਐਨਐਫਟੀ ਸਿਸਟਮ ਕਹਿੰਦੇ ਆ। ਇਹ ਉਹਦੇ 'ਚ ਲੱਗੀ ਹੋਈ ਕ੍ਰੌਪ ਹੈ। ਇਹ ਕ੍ਰੌਪ ਜਿਹੜੀ ਹੈ ਚੈਰੀ ਟੋਮੈਟੋ ਦੀ ਹੈ। ਓਕੇ। ਇਹ ਕ੍ਰੌਪ ਡੱਚ ਬਕਟ ਦੇ ਵਿੱਚ ਲੱਗੀ ਹੋਈ ਹੈ। ਅੱਛਾ ਜੀ। ਇਹ ਬਕਟ ਦੇ ਵਿੱਚ ਉਹਨਾਂ ਮਟੀਰੀਅਲ ਪਾਇਆ ਹੋਇਆ ਜਿੰਨਾ ਇੱਕ ਬੂਟੇ ਨੂੰ ਚਾਹੀਦਾ। ਓਕੇ। ਕੋਕੋਪੀਟ ਤੇ ਪਰਲਾਈਟ ਦਾ ਮਿਕਸਚਰ ਹੈ। ਇਹਦੇ ਵਿੱਚ ਯੈਲੋ ਕਲਰ ਦੇ ਲੰਮੇ ਹੈ, ਯੈਲੋ ਕਲਰ ਦੇ ਗੋਲ ਹੈ, ਰੈੱਡ ਕਲਰ ਦੇ ਲੰਮੇ ਹੈ, ਰੈੱਡ ਕਲਰ ਦੇ ਗੋਲ ਹੈ। 4 ਕਿਸਮ ਦੇ ਚੈਰੀ ਟੋਮੈਟੋ ਅਸੀਂ ਇੱਥੇ ਲਾਉਨੇ ਆ। ਇਹ ਐਡੇ ਹੀ ਰਹਿੰਦੇ ਆ, ਬਸ ਇਸ ਤੋਂ ਵੱਡੇ ਨਹੀਂ ਹੋਣਾ ਇਹਨਾਂ ਨੇ। ਅੱਛਾ। ਔਰ ਇਹ ਇੰਨੇ ਮਿੱਠੇ ਹੁੰਦੇ ਆ, ਇਹਨਾਂ ਦੇ ਵਿੱਚ ਜਿਹੜੀ ਮਿਠਾਸ ਹੈ ਆਮ ਟਮਾਟਰ ਨਾਲੋਂ 4-5 ਗੁਣਾ ਜ਼ਿਆਦਾ ਹੁੰਦੀ ਹੈ। ਅੱਛਾ। ਇਹ ਸਾਰੇ ਦੇ ਸਾਰਾ ਪੂਰਾ ਸਿਸਟਮ ਇਹ ਆਟੋਮੈਟਿਕ ਹੈ। ਦੇਖੋ ਜੇ ਹੁਣ ਤੁਹਾਨੂੰ ਮੈਂ ਇੱਥੋਂ ਫੋਨ ਤੋਂ ਹੀ ਜੇ ਮੈਂ ਟਮਾਟਰ ਦਾ ਹੁਣ ਪਾਣੀ ਦੇਣਾ ਟਮਾਟਰ ਨੂੰ। ਅੱਛਾ। ਤੇ ਇੱਥੋਂ ਦੇਖੋ ਟਮਾਟੋ ਪੰਪ ਹੈਗਾ, ਇਹ ਸੀਗਾ ਪੰਪ ਟਮਾਟੋ ਦਾ। ਇੱਥੋਂ ਮੈਂ ਔਨ ਕਰਾਂਗਾ, ਪੰਪ ਚੱਲ ਪਿਆ, ਇੱਥੇ ਪਾਣੀ ਆ ਜਾਏਗਾ। ਦੇਖਣਾ ਤੁਸੀਂ, ਆਹ ਦੇਖੋ ਪਾਣੀ ਆਉਣ ਲੱਗ ਗਿਆ ਇੱਥੇ। ਅੱਛਾ। ਆ ਤੁਸੀਂ ਦੇਖੋ ਪਾਣੀ ਵੀ ਮਤਲਬ ਇਹਦੀ ਮਾਤਰਾ ਵੀ ਇੰਨੀ ਰਹਿਣੀ ਚਾਹੀਦੀ ਹੈਗੀ। ਹਾਂਜੀ, ਇਹ ਪਾਣੀ ਅਸੀਂ ਇੱਕ ਬੂਟੇ ਨੂੰ 1 ਲੀਟਰ ਪਾਣੀ ਰੋਜ਼ ਦਾ ਦਿੰਨੇ ਆ ਜੀ। ਅੱਛਾ। ਹਾਂਜੀ। ਤੇ ਹੁਣ ਜਿਵੇਂ ਇਹਨੂੰ ਮੈਂ ਸੈੱਟ ਕਰ ਦਿਆਂਗਾ, ਇਹ 15 ਮਿੰਟ ਬਾਅਦ ਮੋਟਰ ਆਪਣੇ ਆਪ ਬੰਦ ਹੋ ਜਾਏਗੀ ਜੀ। ਕੋਈ ਲੋੜ ਨਹੀਂ ਤੁਹਾਨੂੰ ਬਾਦਰ ਕਰਨ ਦੀ ਕਿ ਮੋਟਰ ਬੰਦ ਹੋ ਗਈ ਕਿ ਨਹੀਂ ਹੋ ਗਈ। ਓਕੇ। ਆਫਟਰ 50 ਡਿਵਾਈਸ ਵਿਲ ਸ਼ਟ ਆਫ, ਆਫਟਰ ਪਾਣੀ ਬੰਦ ਹੋ ਜਾਏਗਾ। ਅੱਛਾ। ਸਾਨੂੰ ਪਤਾ ਹੈ ਕਿ 1 ਘੰਟਾ ਜਦੋਂ ਚੱਲ ਜਾਏਗਾ ਪਾਣੀ, 15-15 ਮਿੰਟ ਬਾਅਦ 4 ਵਾਰੀ ਚਲਾਉਨੇ ਅਸੀਂ ਤੇ ਇੱਕ ਬੂਟੇ ਨੂੰ 1 ਲੀਟਰ ਪਾਣੀ ਮਿਲ ਜਾਏਗਾ। ਜ਼ਿਆਦਾਤਰ ਹੁੰਦਾ ਇਦਾਂ ਪਿੰਡਾਂ 'ਚ ਕਿ ਖੇਤ ਛੱਡ ਕੇ ਜਾਣਾ ਹੋਵੇ ਤੇ ਲੋਕੀ ਵਿਆਹ ਤੋਂ ਵੀ ਛੇਤੀ ਵਾਪਸ ਆ ਜਾਂਦੇ ਹੈਗੇ ਆ ਕਿ ਬਈ ਇਸ ਪਿੱਛੇ ਖੇਤਾਂ ਦਾ ਕੀ ਹੋਊਗਾ, ਤੇ ਇੱਥੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਬਿਲਕੁਲ ਨਹੀਂ ਜੀ। ਮੈਂ 15 ਦਿਨ ਹੁਣੇ ਦਿੱਲੀ ਲਾ ਕੇ ਆਇਆਗਾ, 15 ਦਿਨ ਬਾਅਦ ਆਇਆਗਾ। ਦੀ ਫਾਰਮ ਇਜ਼ ਪਰਫੈਕਟਲੀ ਆਲਰਾਈਟ। ਆਈ ਯੂਜ਼ਡ ਟੂ ਮੋਨੀਟਰ। ਸਵੇਰੇ ਉੱਥੇ
ਇਹਨਾਂ ਤੋਂ ਮੋਨੀਟਰ ਕਰਦਾ ਸੀ ਮੈਂ। ਸਵੇਰੇ ਮੈਨੂੰ ਇਹ ਸਾਰੀਆਂ ਵੀਡੀਓ ਦਿਖਾ ਦਿੰਦੇ ਸੀਗੇ ਤੇ ਜੇ ਕੋਈ ਕਿਸੇ ਕਿਸਮ ਦੀ ਕੋਈ ਲੋੜ ਹੈ ਮੈਨੂੰ ਪੁੱਛ ਲੈਂਦੇ ਸੀ ਵੀ ਦੱਸੋ ਜੀ ਇਹਦਾ ਕੀ ਕਰਨਾ, ਐਂ ਹੋ ਗਿਆ ਐਂ ਹੋ ਗਿਆ। ਸੋ ਉਸ ਕਰਕੇ ਕੋਈ ਪ੍ਰੋਬਲਮ ਨਹੀਂ, ਇਹਨੂੰ ਤੁਸੀਂ ਰਿਮੋਟਲੀ ਬੜੇ ਕੰਫਰਟੇਬਲੀ ਮੈਨੇਜ ਕਰ ਸਕਦੇ ਹੋ ਜੀ। ਇਹ ਸਾਡੇ ਦੂਜੇ ਟਮਾਟਰ ਨੇ ਜੀ, ਵੱਡੇ ਵਾਲੇ। ਜੀ। ਇਹ ਇੱਕ ਨਵੀਂ ਵੈਰਾਈਟੀ ਹੈ ਰੋਮੋਨ। ਓਕੇ। ਇਹ ਰੋਮੋਨ ਵੈਰਾਈਟੀ ਜਿਹੜੀ ਹੈ ਇਹ ਵੱਲਾਂ ਹੁੰਦੀਆਂ ਜੀ। ਇਹ ਇੱਕ ਵੱਲ ਜਿਹੜੀ ਹੈ ਟਮਾਟਰ ਦੀ ਇਹਨੇ 50-50 ਫੁੱਟ ਹੋ ਜਾਣਾ ਜੀ। ਜੀ। ਅਸੀਂ ਇਹਨੂੰ ਉੱਤੋਂ ਦੇਖੋ ਲੱਗੀਆਂ ਪੌਣੀਆਂ ਲੱਗੀਆਂ, ਉਹ ਰੱਸੀ ਥੱਲੇ ਕਰਦੇ ਜਾਣਾ ਅਸੀਂ, ਇਹਨਾਂ ਨੇ ਥੱਲੇ ਇੱਥੇ ਇਕੱਠੇ ਹੁੰਦੇ ਜਾਣਾ। ਅੱਛਾ। ਜਿਉਂ-ਜਿਉਂ ਟਮਾਟਰ ਉੱਪਰ ਨੂੰ ਲੱਗਦੇ ਜਾਣਗੇ ਅਸੀਂ ਉਹ ਪੌਣੀਆਂ ਥੱਲੇ ਕਰਦੇ ਜਾਵਾਂਗੇ ਜੀ। ਜੀ। ਇਹ ਰੋਮੋਨ ਟਮਾਟਰ ਨੇ, ਇਹਨਾਂ ਨੂੰ ਵੀ ਦੇਖੋ ਪਾਣੀ ਉੱਥੇ ਹੀ ਆ ਰਿਹਾ ਹੈਗਾ, ਦੇਖੋ ਚੱਲ ਪਿਆ ਪਾਣੀ ਇਹਨਾਂ ਦਾ। ਹਾਂਜੀ। ਇਹ ਅਸੀਂ ਗਰੋ ਬੈਗ ਚ ਲਾਏ ਹੋਏ ਨੇ ਜੀ। ਇੱਕ ਗਰੋ ਬੈਗ ਚ 2 ਬੂਟੇ ਲੱਗੇ ਹੋਏ ਨੇ। ਕਿਸੇ ਕਿਸਮ ਦੀ ਕੋਈ ਡਿਜ਼ੀਜ਼ ਨਹੀਂ ਹੁੰਦੀ, ਦੇਖੋ ਤੁਸੀਂ ਕਿਸੇ ਪੱਤੇ ਦੇ ਉੱਤੇ। ਜਦੋਂ ਕੋਈ ਡਿਜ਼ੀਜ਼ ਹੀ ਹੈ ਨਹੀਂ ਤੁਹਾਨੂੰ ਸਪਰੇਅ ਕਰਨ ਦੀ ਲੋੜ ਹੀ ਨਹੀਂ ਪੈਣੀ ਜੀ। ਦੂਜਾ ਇਹਦੀ ਸਿਰਫ ਇੱਕ ਪੋਲੀਨੇਸ਼ਨ ਕਰਨਾ ਪੈਂਦਾ ਸਾਨੂੰ ਆਪ। ਆ ਦੇਖੋ ਸਾਡੇ ਮੁੰਡੇ ਟ੍ਰੇਨਡ ਹੈਗੇ ਨੇ। ਇਹ ਅਸੀਂ ਬ੍ਰਸ਼ ਲਿਆਂਦਾ ਜੀ, ਜਿਹੜਾ ਆਪਾਂ ਆਟੋਮੈਟਿਕ ਬ੍ਰਸ਼ ਹੁੰਦਾ ਓਰਲ ਬੀ ਦਾ, ਇਹਦਾ ਮੂਹਰੋਂ ਕੱਟ ਦਿੱਤਾ, ਇਹ ਵਾਈਬ੍ਰੇਟ ਕਰਨ ਲੱਗ ਗਿਆ। ਅੱਛਾ। ਇਹਨੂੰ ਕੀ ਕਰਨਾ ਪੈਂਦਾ ਹੈ ਕਰਕੇ ਦਿਖਾ। ਆ ਜਿੱਥੇ ਵੀ ਫੁੱਲਾਂ ਵਾਲੀ ਟਾਹਣੀ ਫੜ ਕੇ ਇਹਦੇ ਨਾਲ ਆ ਫੜ ਕੇ ਟਾਹਣੀ ਇਹਦੇ ਨਾਲ ਲਾਉਣੀ ਪਏਗੀ। ਆ ਦੇਖੋ ਨਾਲ ਲਾਤੀ, ਉਹ ਦੇਖੋ ਕਲਾਊਡ ਨਿਕਲਿਆ ਨਾ। ਰਾਈਟ। ਤੁਸੀਂ ਧਿਆਨ ਨਾਲ ਦੇਖੋ, ਕਲਾਊਡ ਨਿਕਲੇਗਾ ਇੱਕ ਬੋਲਣ ਦਾ। ਹਾਂ। ਉਹਦੇ ਲਾ ਕਿਸੇ ਇੱਥੇ ਲਾ, ਇਹਨੂੰ ਥੱਲੇ ਲਾ। ਹਾਂ ਆ ਦੇਖੋ ਤੁਸੀਂ ਕਲਾਊਡ ਨਿਕਲੇਗਾ। ਆ ਦੇਖੋ ਪੋਲਨ ਦਾ ਕਲਾਊਡ ਨਿਕਲਦਾ। ਇਹ ਪੋਲੀਨੇਸ਼ਨ ਸਾਨੂੰ ਹਰੇਕ ਫੁੱਲ ਦਾ ਆਪ ਕਰਨਾ ਪੈਂਦਾ ਹੱਥ ਨਾਲ। ਇਹ ਇੱਕ ਇੱਥੇ ਬਸ ਹੈਗੀ ਹੈ ਕਿ ਇਹ ਸੈਲਫ ਪੋਲੀਨੇਟਡ ਕ੍ਰੌਪ ਹੈ, ਪਰ ਫਿਰ ਵੀ ਜਿੰਨਾ ਤੁਸੀਂ ਪੋਲੀਨੇਸ਼ਨ ਕਰੋਗੇ ਉਹਨਾਂ ਤੁਹਾਡੀ ਕ੍ਰੌਪ ਜਿਹੜੀ ਹੈ ਯੀਲਡ ਥੋੜੀ ਵਧੇਗੀ। ਜੀ। ਤੁਸੀਂ ਟੈਕਨੀਕਸ ਦਿਖਾਈਆਂ, ਤੁਸੀਂ ਉਹ ਛਿੜਕਾਅ ਵਾਲੀ ਦਿਖਾਈ, ਮੋਟਰ ਵਾਲੀ ਦਿਖਾਈ, ਮੋਬਾਈਲ ਵਾਲੀ ਦਿਖਾਈ। ਹੁਣ ਤੁਸੀਂ ਸਪੋਜ਼ ਕਿ ਮੈਂ ਇਹ ਫਾਰਮ ਸ਼ੁਰੂ ਕਰਨਾ ਹੈਗਾ, ਭਾਵੇਂ ਇੰਨੀ ਜ਼ਮੀਨ ਹੋਵੇ, ਘੱਟ ਹੋਵੇ, ਵੱਧ ਹੋਵੇ, ਸ਼ੁਰੂਆਤ ਮੈਨੂੰ ਕਿੱਥੋਂ ਕਰਨੀ ਪਏਗੀ? ਸਭ ਤੋਂ ਪਹਿਲਾਂ ਤਾਂ ਤੁਹਾਨੂੰ ਟ੍ਰੇਨਿੰਗ ਜ਼ਰੂਰ ਕਰਨੀ ਚਾਹੀਦੀ ਜੀ। ਹੈ। ਦੇਖੋ ਆਪਾਂ ਤੁਰਨਾ ਵੀ ਸਿੱਖਦੇ ਹਾਂ, ਆਪਾਂ ਪੜ੍ਹਨਾ ਵੀ ਸਿੱਖਦੇ ਹਾਂ, ਜੀ। ਆਪਾਂ ਕੱਪੜੇ ਪਾਉਣੇ, ਨਹਾਉਣਾ ਵੀ ਸਿੱਖਦੇ ਹਾਂ, ਬ੍ਰਸ਼ ਕਰਨਾ ਸਿੱਖਦੇ ਹਾਂ, ਵਾਲ ਵਾਉਣੇ ਸਿੱਖਦੇ ਹਾਂ, ਪੱਗ ਬੰਨ੍ਹਣੀ ਸਿੱਖਦੇ ਹਾਂ। ਜਦੋਂ ਆਪਾਂ ਜ਼ਿੰਦਗੀ 'ਚ ਹਰ ਗੱਲ ਸਿੱਖਦੇ ਹਾਂ ਤੇ ਤੁਸੀਂ ਇਹ ਕਿਵੇਂ ਸੋਚ ਰਹੇ ਹੋ ਕਿ ਖੇਤੀ ਬਿਨਾਂ ਸਿੱਖੇ ਤੋਂ ਆ ਸਕਦੀ ਹੈ? ਰਾਈਟ। ਇਹਦੇ ਵਾਸਤੇ ਤੁਹਾਨੂੰ ਕਿਤੇ ਨਾ ਕਿਤੇ ਟ੍ਰੇਨਿੰਗ ਜ਼ਰੂਰ ਕਰਨੀ ਪਏਗੀ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਤੇ ਗੁਰ ਬਿਨ ਗਿਆਨ ਨਾ ਹੋਏ। ਗੁਰੂ ਜਿਹੜਾ ਨਾ, ਗੁਰੂ ਦਾ ਮਤਲਬ ਹੈ ਟ੍ਰੇਨਿੰਗ। ਉਹ ਜਿਹੜੀ ਟ੍ਰੇਨਿੰਗ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਕਰਨੀ ਪਏਗੀ। ਸਭ ਤੋਂ ਪਹਿਲਾਂ ਟ੍ਰੇਨਿੰਗ ਕਰੋ, ਉਸ ਤੋਂ ਬਾਅਦ ਕਿਸੇ ਚੰਗੇ ਬੰਦੇ ਦੀ ਸਲਾਹ ਦੇ ਨਾਲ, ਜਿਹੜਾ ਕਿ ਤੁਹਾਨੂੰ ਠੱਗਣਾ ਨਾ ਚਾਹੁੰਦਾ ਹੋਵੇ। ਠੱਗੀ ਬਹੁਤ ਮਾਰਦੇ ਲੋਕ। ਤੁਹਾਨੂੰ ਠੱਗਣਾ ਨਾ ਚਾਹੁੰਦਾ ਹੋਵੇ, ਉਹਦੇ ਨਾਲ ਤੁਸੀਂ ਮਿਲ ਕੇ ਇੱਕ ਜਿਹੜਾ ਫਾਰਮ ਜਿਹੜਾ ਤਿਆਰ ਕਰੋ ਐਂਡ ਇਟ ਵਿਲ ਉਹਨੂੰ ਮੈਨੇਜ ਕਰੋ। 1 ਏਕੜ ਦੇ ਵਿੱਚੋਂ 30 ਏਕੜ ਜਿੰਨੀ ਆਮਦਨ ਹੋ ਸਕਦੀ ਹੈ ਇਹਦੇ 'ਚ। ਇਹ ਮੈਂ ਨਹੀਂ ਕਹਿ ਰਿਹਾ, ਭਾਰਤੀ ਇੱਕ ਜਿਹਦੇ ਬਹੁਤ ਵੱਡੇ ਫਾਰਮ ਹੈ ਅਮਰੀਕਾ ਦੇ ਵਿੱਚ, ਮਿਸਟਰ ਸੂਰੀ, ਉਹਦੀ ਬਿਆਨ ਹੈ ਕਿ 1 ਏਕੜ 'ਚੋਂ 30 ਏਕੜ ਜਿੰਨੀ ਫਸਲ ਕੱਢਦਾ ਮੈਂ। ਜੀ। ਤੇ ਜੇ ਸਪੋਜ਼ ਮੇਰੇ ਕੋਲ 1 ਏਕੜ ਫਾਰਮ ਹੈ ਤੇ ਇਹ ਸਾਰਾ ਸੈਟਅਪ ਹੈ ਤੇ ਮੈਂ ਕਿੰਨੇ ਪੈਸੇ ਮਹੀਨੇ ਦੇ ਕਮਾ ਸਕਦੀ ਹਾਂ ਜੀ? ਤੁਸੀਂ ਜੀ ਮਹੀਨੇ ਦੇ ਤੇ ਸਾਲ ਦੇ ਤੁਸੀਂ 1.5 ਕਰੋੜ ਤੱਕ ਕਮਾ ਸਕਦੇ ਹੋ ਜੀ। ਅੱਛਾ। ਹਾਂਜੀ 10 ਲੱਖ ਰੁਪਏ ਮਹੀਨਾ ਤੁਹਾਨੂੰ ਇਹ ਫਾਰਮ ਦੇ ਸਕਦਾ ਜੇ ਤੁਹਾਡਾ 1 ਏਕੜ ਦਾ ਫਾਰਮ ਹੈ। 1 ਏਕੜ ਦਾ ਹਾਂਜੀ। ਫਾਰਮ ਹੈ ਤੇ 10 ਲੱਖ ਰੁਪਏ ਮਹੀਨਾ ਜਿਹੜਾ ਜੇ ਮਿਲ ਜੇ ਕਿਸੇ ਨੂੰ ਤੇ ਫਿਰ ਜਿਹੜੇ ਜਾਂਦੇ ਆ ਬਾਹਰ ਉਹਨਾਂ ਨੂੰ ਲੋੜ ਨਹੀਂ ਪੈਣੀ ਹੈਗੀ। ਆ ਜਿਹੜੀ ਤੁਸੀਂ ਮੈਨੂੰ ਮਿੱਟੀ ਬਾਰੇ ਦੱਸ ਰਹੇ ਸੀ, ਇਹ ਕਿੱਥੋਂ ਆ ਜੀ? ਇਹ ਕੋਕੋਪੀਟ ਹੈ ਜੀ, ਮਿੱਟੀ ਹੈ ਹੀ ਨਹੀਂ ਨਾ। ਇਹ ਮਿੱਟੀ ਹੈ ਹੀ ਮਿੱਟੀ ਨਹੀਂ, ਬਿਲਕੁਲ ਕੋਕੋਪੀਟ ਹੈ ਇਹ। ਇਹਦੇ ਵਿੱਚ ਅਸੀਂ 90% ਕੋਕੋਪੀਟ ਤੇ 10% ਪਰਲਾਈਟ, ਓਕੇ। ਇਹ ਮਿਲਾ ਕੇ, ਜਿਹੜਾ ਪਰਲਾਈਟ ਇੱਕ ਪੱਥਰ ਹੁੰਦਾ ਤਾਂ ਕਿ ਹਵਾ ਮਿਲਦੀ ਰਹੇ ਜੜ੍ਹਾਂ ਨੂੰ, ਉਹ ਮਿਲਾ ਕੇ ਅਸੀਂ ਭਰ ਦਿੰਦੇ ਆ। ਪਰ ਬਸ ਇਹ ਕੋਈ 1 ਸਾਲ ਨਹੀਂ, ਇਹ 4-5 ਸਾਲ ਚੱਲੂਗਾ ਸਾਡਾ। ਅੱਛਾ। ਇਸੇ ਨੂੰ ਦੁਬਾਰਾ ਅਸੀਂ ਕੱਢ ਕੇ ਜੜ੍ਹਾਂ ਕੱਢ ਦੇਣੀਆਂ, ਫਿਰ ਭਰ ਲੈਣਾ। ਉਧਰ ਭਰ ਰਹੇ ਤੁਹਾਨੂੰ ਦਿਖਾ ਦੇਵਾਂਗੇ ਅਸੀਂ। ਜੀ। ਹਾਂਜੀ। ਤੇ ਇਹ ਫਾਰਮ ਨੂੰ ਐਸਟੈਬਲਿਸ਼ ਕਰਨ ਦੇ ਲਈ ਕੁਝ ਐਕਸਪਰਟਸ ਹੁੰਦੇ ਆ? ਦੇਖੋ ਜੀ ਐਕਸਪਰਟਸ ਹੁੰਦੇ ਆ, ਪਰ ਬਚੋ ਜੇ ਲੁੱਟਣ ਵਾਲੇ ਐਕਸਪਰਟ ਤੋਂ ਬਚਣਾ, ਕਿਉਂਕਿ ਜੇ ਤੁਸੀਂ ਕਿਸੇ ਐਕਸਪਰਟ ਨੂੰ ਕਹੋਗੇ ਤਾਂ ਉਹ ਕਹੂਗਾ 5000-6000 ਰੁਪਏ ਸਕੁਅਰ ਮੀਟਰ ਲਊਗਾ, ਪਰ ਅਸਲੀ ਖਰਚਾ ਜਿਹੜਾ ਇਹਦੇ ਤੇ ਉਹ 3500 ਰੁਪਏ ਸਕੁਅਰ ਮੀਟਰ ਆਉਂਦਾ ਹੈਗਾ ਜੇ ਤੁਸੀਂ ਆਪ ਲਵਾਉਂਦੇ ਹੋ ਤਾਂ, ਜਿਹਦੇ ਵਿੱਚ ਭਾਰਤ ਸਰਕਾਰ ਦੀ ਸਬਸਿਡੀ ਵੀ ਹੈ 50%। ਜਿਹੜਾ ਤੁਹਾਡਾ ਸ਼ੈੱਲ ਬਣਿਆ ਉੱਤੇ, ਇਹਦੇ ਉੱਤੇ 50% ਸਬਸਿਡੀ ਹੈ। ਜੇ ਤੁਹਾਡਾ 1600 ਰੁਪਈਆ 1 ਸਕੁਅਰ ਮੀਟਰ ਦਾ ਲੱਗਦਾ ਤੇ 800 ਰੁਪਇਆ ਜਿਹੜਾ 3500 ਦੇ ਵਿੱਚ 1600 ਇਹਦਾ ਹੈ ਸਟਰਕਚਰ ਦਾ, ਉਹਦੇ ਤੇ 800 ਰੁਪਇਆ ਸਬਸਿਡੀ ਹੈ ਜੀ। ਤੁਸੀਂ ਇਹ ਬਿਲਕੁਲ ਨਾ ਸਮਝਣਾ ਕਿ ਇਹ ਬਸ ਕੰਮ ਕਰ ਲਿਆ ਤੇ ਉਸ ਤੋਂ ਬਾਅਦ, ਕਿਉਂਕਿ ਆਫ ਕੋਰਸ ਟੈਨਸ਼ਨ ਹੁੰਦੀ ਹੈ ਕਿ ਇਹ ਸਬਜ਼ੀਆਂ ਸਾਰਾ ਕੁਝ ਜਾਊਗਾ ਕਿੱਥੇ, ਕਿਉਂਕਿ ਆਰਗੈਨਿਕ ਚੀਜ਼ ਹੈ, ਮਹਿੰਗੀ ਵੀ ਮਿਲਦੀ ਹੈ, ਕੌਣ ਖਰੀਦੂਗਾ। ਸੋ ਮਾਰਕੀਟਿੰਗ ਨੂੰ ਲੈ ਕੇ ਮੈਂ ਵੀ ਸੁਣਿਆ ਹੈ ਕਿ ਸਰ ਕੋਲ ਬੜੇ ਸਾਰੇ ਲੋਕ ਅਜਿਹੇ ਆਉਂਦੇ ਆ, ਵੱਡੀਆਂ ਕੰਪਨੀਆਂ ਆਉਂਦੀਆਂ, ਆਪਾਂ ਨਾਂ ਨਹੀਂ ਲੈਂਦੇ, ਪਰ ਵੱਡੀਆਂ ਕੰਪਨੀਆਂ ਆਉਂਦੀਆਂ ਜਿਹੜੇ ਕਹਿੰਦੇ ਵੀ ਤੁਸੀਂ ਆਪਣਾ ਜਿਹੜਾ ਫਲ ਫਰੂਟ ਹੈਗਾ ਤੁਸੀਂ ਸਾਨੂੰ ਦੇ ਦਿਓ। ਸੱਚ ਹੈ ਸਰ? ਪੁਨੀਤ ਜੀ, ਮੈਂ ਤੁਹਾਨੂੰ ਇਹਦੇ ਹੀ ਦੱਸਦਾ। ਅਸੀਂ ਜਿਹੜਾ ਹੈ ਨਾ, ਪਹਿਲਾਂ ਸ਼ੁਰੂ 'ਚ ਅਸੀਂ ਬੜੇ ਔਖੇ ਤਰੀਕੇ ਨਾਲ ਸਿੱਖਿਆ, ਵੀ ਲਰਨ ਦਾ ਹਾਰਡ ਵੇ। ਅਸੀਂ ਖੀਰਾ ਲਾ ਦਿੱਤਾ ਸਾਰੇ ਇਹਦੇ ਪ੍ਰੋਜੈਕਟ ਦੇ ਵਿੱਚ, ਤੇ ਸਾਡੇ ਖੀਰਾ ਇੱਕ ਦਿਨ 20 ਕੁਇੰਟਲ ਪੈਦਾ ਹੋ ਗਿਆ। ਅਸੀਂ ਮੰਡੀ ਲੈ ਗਏ, ਸਾਨੂੰ 10 ਰੁਪਏ ਕਿਲੋ ਮਿਲਿਆ ਭਾਅ ਦਾ। ਉੱਥੋਂ ਮੈਂ ਆਖਿਆ ਵੀ ਨਹੀਂ, ਇਹ ਤਾਂ ਗੱਲ ਨਹੀਂ ਬਣਦੀ ਗੀ। ਫਿਰ ਅਸੀਂ ਇਹ ਇੱਕ ਮਾਡਲ ਤਿਆਰ ਕੀਤਾ ਜਿਹਦੇ 'ਚ ਮਲਟੀਪਲ ਕ੍ਰੋਪਿੰਗ ਕੀਤੀ ਅਸੀਂ। 5 ਕਿਸਮ ਦੀ ਇਹਦੇ ਵਿੱਚ ਅਸੀਂ ਜਿਹੜੀ ਹੈ ਉਹ
ਲੈਟਸ ਲਾਈ ਹੋਈ ਹੈ, ਉਹਦੇ ਵਿੱਚ ਅਸੀਂ ਸੈਲਰੀ ਲਾਵਾਂਗੇ ਅਸੀਂ। ਹੁਣ ਸਾਡੇ ਬੇਸਲ ਲੱਗਿਆ ਹੋਇਆ ਹੈਗਾ, ਬੌਕ ਚੋਈ ਲੱਗੀ ਹੋਈ ਹੈ, 2 ਕਿਸਮ ਦੀਆਂ ਇਹ ਸ਼ਿਮਲਾ ਮਿਰਚਾਂ ਲੱਗੀਆਂ ਹੋਈਆਂ, ਇੱਧਰ ਲਾਲ ਹੈ ਤੇ ਇੱਧਰ ਪੀਲੀਆਂ ਹੈਗੀਆਂ। ਓਕੇ, ਇਹ ਕਿਉਂ ਲਾਈਆਂ? ਆਹ ਸਾਡੇ ਟਮਾਟਰ ਲੱਗੇ ਹੋਏ ਨੇ 5 ਕਿਸਮ ਦੇ। ਓਕੇ, ਇੰਨੇ ਕਿਸਮ ਦੀਆਂ ਇਸ ਕਰਕੇ ਲਾਈਆਂ ਨੇ ਕਿ ਸਾਨੂੰ ਲੋਕਲ ਮਾਰਕੀਟ ਦੇ ਵਿੱਚ ਜਿਹੜਾ ਉਹ ਸਾਰਾ ਕੁਝ ਵਿਕ ਸਕੇ ਸਾਡਾ। ਕਿਉਂਕਿ ਜਦੋਂ ਤੁਸੀਂ B2B ਬਿਜ਼ਨਸ ਕਰਦੇ ਹੋ ਤਾਂ ਤੁਹਾਨੂੰ ਉਹਨਾਂ ਪ੍ਰੋਫਿਟ ਨਹੀਂ ਬਣਦਾ ਜੇ ਤੁਸੀਂ B2C ਕਰ ਸਕਦੇ ਹੋ। ਇਹਨੂੰ ਅਸੀਂ ਫਾਰਵਰਡ ਤੇ ਬੈਕਵਰਡ ਸਿਨਰਜੀ ਕਹਿੰਦੇ ਆ। ਓਕੇ, ਤੇ ਜੇ ਤੁਸੀਂ ਫਰਜ਼ ਕਰ ਲਓ ਕਿ ਫਰੀਦਕੋਟ ਦੇ ਵਿੱਚ ਹੀ ਸਾਰਾ ਕੁਝ ਤੁਹਾਡਾ ਵਿਕਦਾ ਹੈ ਤਾਂ ਬਹੁਤ ਮਹਿੰਗਾ ਵਿਕੇਗਾ। ਇੱਕ ਹੁਣ ਤੁਸੀਂ ਇਹਦੇ 'ਚ ਉਸ ਤਰ੍ਹਾਂ ਦੀ ਫਸਲ ਲਾਓ ਜਿਹੜੀ ਕਿ ਤੁਹਾਨੂੰ ਪੈਸੇ ਦੇਵੇ। ਇੱਕ ਸ਼ਿਮਲਾ ਮਿਰਚ ਜਿਹੜੀ ਹੈ ਇਹ 50 ਤੋਂ 60 ਰੁਪਏ ਦੀ ਕੱਲੀ ਮਿਰਚ ਵਿਕਣੀ ਹੈ ਸਾਡੀ। ਅੱਛਾ, ਤੇ ਇੱਕ ਬੂਟੇ ਨੂੰ ਇਹ 15 ਮਿਰਚਾਂ ਲੱਗਣੀਆਂ। ਹੁਣ ਤੁਸੀਂ ਹਿਸਾਬ ਲਾ ਲਓ ਇੱਕ ਬੂਟਾ ਸਾਨੂੰ 750 ਰੁਪਏ ਦੇਗਾ ਜੇ ਸਹੀ ਚੱਲਦਾ ਤੇ ਇਹ 400 ਬੂਟਾ ਹੈ। ਅੱਛਾ, ਤੇ ਹੁਣ ਦੇਖੋ ਤੁਸੀਂ ਇਹ 400 ਬੂਟਾ ਜਿਹੜਾ ਹੈਗਾ ਇਹ ਸਾਰਾ 50 ਗਜ਼ ਦੇ ਵਿੱਚ ਹੈ। ਤੇ ਜੇ 50 ਗਜ਼ 400 ਬੂਟਾ ਲੱਗਿਆ ਤਾਂ ਤੁਹਾਨੂੰ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਪੈਸੇ ਬਣ ਸਕਦੇ ਜੇ ਸਹੀ ਚੱਲੇ ਤਾਂ। ਜੀ, 2-2.5 ਲੱਖ ਰੁਪਏ ਤੁਹਾਨੂੰ 50 ਗਜ਼ ਚੋਂ ਹੀ ਬਣ ਜਾਏਗਾ। ਜੀ। ਮੈਨੂੰ ਪਤਾ ਨਹੀਂ ਕਿ ਇਹਦਾ ਮੈਨੂੰ ਜਵਾਬ ਮਿਲੇਗਾ ਜਾਂ ਨਹੀਂ, ਪਰ ਮੈਨੂੰ ਇਹ ਦੱਸੋ ਕਿ ਇਹ ਤੁਹਾਡਾ ਅੱਧੇ ਏਕੜ ਦਾ ਫਾਰਮ ਤਿਆਰ ਕਰਨ 'ਚ ਕਿੰਨਾ ਪੈਸਾ ਲੱਗ ਗਿਆ? ਇਹਦੇ ਵਿੱਚ ਸਾਡਾ ਜੀ 66 ਲੱਖ ਰੁਪਏ ਲੱਗਿਆ। 66 ਵਾਈ ਸ਼ੁੱਡ ਆਈ ਨਾਟ ਟੈਲ ਯੂ? ਓਕੇ, ਉਹਦੇ 'ਚ ਸਾਨੂੰ 10 ਲੱਖ ਰੁਪਏ ਸਬਸਿਡੀ ਮਿਲੀ ਹੈ ਜੀ। ਓਕੇ, ਹਾਂਜੀ, ਠੀਕ ਹੈ, ਇਹਦੇ ਵਿੱਚ 3 ਸਾਲਾਂ ਦੇ ਵਿੱਚ ਤੁਹਾਡੇ ਸਾਰੇ ਪੈਸੇ ਪੂਰੇ ਹੋ ਜਾਂਦੇ ਆ ਹਾਈਡਰੋਪੋਨਿਕ ਫਾਰਮਿੰਗ 'ਚ। ਓਕੇ। ਹਾਂ, ਆਫਟਰ 3 ਇਅਰਸ ਯੂ ਆਰ ਐਬਸੋਲੂਟਲੀ ਕਲੀਅਰ ਆਫ ਆਲ ਦ ਐਕਸਪੈਂਸਸ। ਇਹ ਬਹੁਤ ਕਮਾਲ ਦੀ ਗੱਲ ਹੈਗੀ ਆ ਕਿ ਇਹ ਵੀ ਦੱਸਦਾ ਕਿ 3 ਸਾਲਾਂ ਦੇ ਅੰਦਰ ਸਾਰੇ ਪੈਸੇ ਜਿਹੜੇ ਆ ਪੂਰੇ ਹੋ ਜਾਂਦੇ ਹੈਗੇ ਆ। ਸੋ ਸਬਸਿਡੀ ਵੀ ਹੈ। ਅੱਛਾ, ਸਟ੍ਰਾਬੇਰੀਜ਼ ਵੀ ਹੈਗੀਆਂ ਇੱਥੇ। ਇਹ ਤੁਹਾਡੇ ਹੱਥ ਨੂੰ ਕਿਸੇ ਨੂੰ ਨਹੀਂ ਲੱਗਣਾ ਇਹਨੇ। ਅੱਛਾ, ਹਾਂ, ਇਹ ਦੇਖੋ ਕੋਕੋਪੀਟ ਹੈ ਤੇ ਵਿੱਚ ਇਹਦੇ ਪਰਲਾਈਟ ਹੈ। ਤੁਸੀਂ ਚੱਕੋ ਹੱਥ 'ਚ, ਕੋਈ ਤੁਹਾਡੇ ਮਿੱਟੀ ਨਹੀਂ ਹੈ ਬਿਲਕੁਲ ਵੀ, ਤੁਹਾਡੇ ਹੱਥ ਨੂੰ ਲੱਗੇਗਾ ਹੀ ਨਹੀਂ ਇਹ ਮਿਸ਼ਰਣ ਦੇ ਵਿੱਚ ਸਾਰਾ ਕੁਝ ਉਗਾਇਆ ਜਾਂਦਾ ਹੈ। ਆ ਦੇਖੋ ਇਹਨੂੰ ਅਸੀਂ ਹੁਣ ਖਾਲੀ ਕਰ ਲਿਆ, ਦੁਬਾਰਾ ਇਹਦੇ 'ਚ ਹੀ ਪਾ ਦੇਣਾ ਤਾਂ ਝਾੜੋ ਤੁਸੀਂ ਚੜ ਜਾਣਾ ਬਿਲਕੁਲ ਨਹੀਂ। ਕਿਉਂਕਿ ਮਿੱਟੀ ਨਾਲ ਮਿੱਟੀ ਹੋਣ ਵਾਲੀ ਗੱਲ ਹੀ ਹੈ ਨਹੀਂ। ਤੁਸੀਂ ਦੇਖ ਲਓ ਵੀ ਇੰਨੇ ਥਾਂ ਦੇ ਵਿੱਚ, ਇਹ ਥਾਂ ਕਿੰਨਾ ਹੈਗਾ? 2 ਮੀਟਰ ਐ ਹੋਣਾ ਤੇ 30 ਮੀਟਰ ਲੰਬਾ ਹੈ। 60 ਮੀਟਰ ਦੇ ਵਿੱਚ 300 ਬੂਟੇ ਲੱਗੇ ਹੋਏ ਨੇ ਜੀ। ਤੇ ਹੁਣ 300 ਬੂਟੇ ਜਿਹੜੇ ਨੇ ਇਹ ਬਿਲਕੁਲ ਹੈਲਦੀ ਨੇ। ਕਿਸੇ ਬੂਟੇ ਤੇ ਕਿਸੇ ਚੀਜ਼ ਦਾ ਕੋਈ ਵੀ ਬਿਮਾਰੀ ਜਾਂ ਕੋਈ ਕੀੜੇ ਦਾ ਅਟੈਕ ਨਹੀਂ ਹੈਗਾ। ਤੇ ਇਸ ਕਰਕੇ ਤੁਸੀਂ ਬਿਲਕੁਲ ਆਹ ਜਿਹੜਾ ਸਾਡੇ ਲੱਗੇ ਹੋਏ ਨੇ ਆਹ ਦੇਖੋ, ਜੇ ਕੋਈ ਮਾੜਾ ਮੋਟ ਕੀੜਾ ਆ ਜਾਂਦਾ ਤਾਂ ਉਹ ਇਹਦੇ ਤੇ ਇਕੱਠਾ ਹੋ ਜਾਂਦਾ। ਇਹ ਸਟਿੱਕੀ ਪੈਡ ਨੇ ਜੀ, ਇਹ ਸਪੈਸ਼ਲੀ ਇਸ ਵਾਸਤੇ ਨੇ ਕਿ ਜੇ ਕੋਈ ਮਾੜਾ ਮੋਟ ਕੀੜਾ ਆ ਜੇ ਤਾਂ ਇਹਦੇ ਤੇ ਆ ਕੇ ਆਪੇ ਸਟਿਕ ਕਰ ਜਾਂਦਾ। ਦੇਖੋ ਕਿੰਨੇ ਕੀੜੇ ਸਟਿਕ ਕੀਤੇ ਹੋਏ ਨੇ। ਇਹ ਅਸੀਂ ਸਟਿੱਕੀ ਪੈਡ। ਇੱਕ ਤੁਸੀਂ ਇਹ ਵੀ ਦੱਸ ਰਹੇ ਸੀ ਕਿ ਤੁਹਾਨੂੰ ਕੀੜਿਆਂ ਦਾ ਵੀ ਪਤਾ ਲੱਗ ਜਾਂਦਾ? ਹਾਂਜੀ, ਨਾਲੇ ਪਤਾ ਲੱਗ ਜਾਂਦਾ। ਜਿਵੇਂ ਹੁਣ ਸਾਡੇ 15 ਦਿਨ 20 ਦਿਨ ਬਾਅਦ ਆਉਂਦੇ ਨੇ ਜਿਹੜੇ ਐਂਟੋਮੋਲੋਜਿਸਟ ਨੇ, ਉਹ ਫਿਰ ਦੇਖ ਕੇ ਦੱਸ ਦਿੰਦੇ ਨੇ ਵੀ ਕਿਹੜੇ ਕੀੜੇ ਤੁਹਾਡੇ ਫਾਰਮ ਦੇ ਵਿੱਚ ਹੈਗੇ ਨੇ ਇਸ ਵੇਲੇ। ਓਕੇ, ਇਹ ਸਟ੍ਰਾਬੇਰੀ ਹੈ ਜੀ, ਇਹ ਮਲਟੀ ਸਟੋਰੀ ਸਟ੍ਰਾਬੇਰੀ ਲਾਈ ਹੋਈ ਹੈ ਅਸੀਂ। ਇਹ ਸਟੋਰੀ ਲੱਗੀ ਹੋਈ ਹੈ ਜੀ, 2 ਸਟੋਰੀ ਹੈ, ਥੱਲੇ ਵਾਲੀ ਸਟੋਰੀ ਹੈ, ਉਤਲੀ ਸਟੋਰੀ ਹੈ। ਇਹਦੇ ਵਿੱਚ 6 ਬੂਟੇ ਲੱਗਦੇ ਨੇ ਇੱਕ ਬਕਟ ਦੇ ਵਿੱਚ। ਇਹ ਬਕਟ ਸਿਸਟਮ ਹੈ। ਇਹਦੇ 'ਚ ਆਟੋਮੈਟਿਕਲੀ ਪਾਣੀ ਜਿਹੜਾ ਹੈਗਾ ਉਹ 4 ਅਸੀਂ ਲਾਏ ਹੋਏ ਨੇ, ਆਟੋਮੈਟਿਕ ਪਾਣੀ ਆਉਂਦਾ ਹੈਗਾ। ਹੁਣ ਇਹ ਫਲਾਵਰਿੰਗ ਜਿਹੜੀ ਹੈ ਇਹਦੀ ਹੋਰ 10 ਦਿਨਾਂ ਨੂੰ, ਵੈਸੇ ਤਾਂ ਫਲਾਵਰਿੰਗ ਆ ਦੇਖੋ ਤੁਸੀਂ ਸ਼ੁਰੂ ਹੋ ਹੀ ਚੁੱਕੀ ਹੈ, ਪਰ ਅਸੀਂ ਹਲੇ ਫਲਾਵਰ ਲੈਂਦੇ ਨਹੀਂ ਗੇ। ਉਹਦਾ ਰੀਜ਼ਨ ਇਹ ਹੈ ਕਿ ਛੋਟੇ ਫਲਾਵਰ ਹੈ ਹਲੇ। ਜਦੋਂ ਫਲਾਵਰ ਪੂਰੇ ਵੱਡੇ ਹੋਣਗੇ ਫਿਰ ਅਸੀਂ ਜਿਹੜੀ ਸਟ੍ਰਾਬੇਰੀ ਉਹ ਮੇਰਾ ਖਿਆਲ 15 ਦਿਨਾਂ ਤੱਕ ਜਿਹੜੀ ਫਲਾਵਰਿੰਗ ਸ਼ੁਰੂ ਕਰ ਦੇਗੀ। ਤੇ ਇਹ ਜਿਹੜਾ ਪਾਣੀ ਵਾਲਾ ਸਿਸਟਮ ਹੈ, ਇਹ ਪਾਈਪਸ ਹੈ, ਕਿੱਥੋਂ ਆ ਰਹੀਆਂ ਇਹ ਉੱਥੋਂ ਆ ਰਹੀਆਂ ਨੇ ਜੀ। ਉਹ ਸਿਰੇ ਦੇ ਉੱਤੇ ਸਾਡਾ ਆਟੋਮੈਟਿਕ ਕੰਟਰੋਲਰ ਲੱਗਿਆ ਹੋਇਆ, ਇਰੀਗੇਸ਼ਨ ਕੰਟਰੋਲਰ ਜਿਹੜਾ ਹੈ। ਅੱਛਾ, ਉਹ ਆਪਣੇ ਟਾਈਮ ਦੇ ਉੱਤੇ ਸੋਮਵਾਰ ਨੂੰ ਕੀ ਦੇਣਾ, ਮੰਗਲਵਾਰ ਨੂੰ ਕੀ ਦੇਣਾ, ਬੁੱਧਵਾਰ ਨੂੰ ਕੀ ਦੇਣਾ, ਉਹ ਸਾਰਾ ਆਪਣੇ ਆਪ ਸਾਡਾ ਫੀਡ ਕੀਤਾ ਹੋਇਆ। ਉਹ ਕਿਸ ਤਰ੍ਹਾਂ ਕੰਟਰੋਲ ਕਰਦਾ? ਉਹ ਇੱਕ ਕੰਪਿਊਟਰ ਹੈ ਜੀ, ਇੱਕ ਛੋਟਾ ਜਿਹਾ ਕੰਪਿਊਟਰ, ਉਹਨੂੰ ਕਹਿੰਦੇ ਆ ਇਰੀਗੇਸ਼ਨ ਕੰਟਰੋਲਰ। ਉਹਦੇ ਨਾਲ ਸੋਲੇਨਾਇਡ ਵਾਲਵ ਲੱਗੇ ਹੋਏ ਆ। ਸੋਮਵਾਰ ਨੂੰ ਆਹ ਵਾਲ ਖੁੱਲ ਜਾਣਾ, ਮੰਗਲਵਾਰ ਨੂੰ ਆਹ ਵਾਲ ਖੁੱਲ ਜਾਣਾ, ਉਹਦੇ 'ਚ ਉਹ ਸੋਲੂਸ਼ਨ ਆ ਜਾਣਾ, ਵਿੱਚ ਉਹ ਸੋਲੂਸ਼ਨ ਆ ਜਾਣਾ। ਇਟ ਇਜ਼ ਆਲ ਪ੍ਰੀ ਡਿਸਟਾਈਨ। ਓਕੇ, ਸਾਰਾ ਪਹਿਲਾਂ ਪ੍ਰੀ ਪ੍ਰੋਗਰਾਮ ਕੀਤਾ ਹੋਇਆ ਹੈਗਾ। ਉਸੇ ਪ੍ਰੋਗਰਾਮ ਦੇ ਨਾਲ ਜਿਹੜਾ ਸਾਰਾ ਜਿਹੜਾ ਚੱਲ ਜਾਂਦਾ। ਕੋਈ ਮੈਂ ਕਹਾਂ ਪ੍ਰੋਗਰਾਮ ਮੈਂ ਬਣਾਏ ਆ, ਬਿਲਕੁਲ ਨਹੀਂ। ਪ੍ਰੋਗਰਾਮ ਐਕਸਪਰਟਸ ਦੇ ਬਣਾਏ ਹੋਏ ਆ। ਉਹ ਐਕਸਪਰਟਸ ਦੇ ਪ੍ਰੋਗਰਾਮ ਜਿਹੜੇ ਅਸੀਂ ਲਾਗੂ ਕਰਦੇ ਆ ਇੱਥੇ ਬਸ। ਓਕੇ। ਸੋ ਸੋਮਵਾਰ ਨੂੰ ਪਾਣੀ ਦੇਣਾ ਹੈ ਕਿ ਮੰਗਲਵਾਰ ਨੂੰ ਕਿਹੜਾ ਦੇਣਾ, ਇਹ ਸਾਰੀ ਚੀਜ਼ ਜਿਹੜੀ ਹੈ ਇਹ ਪਹਿਲਾਂ ਤੋਂ ਜਿਹੜੀ ਹੈ ਉਹ ਕੰਪਿਊਟਰ ਨੂੰ ਪਤਾ ਹੈ। ਉਹਨੇ ਆਪੇ ਸਾਰਾ ਕੰਮ ਕਰ ਦੇਣਾ। ਜੇ ਮੀਂਹ ਪੈਣ ਲੱਗ ਗਿਆ ਪਾਣੀ ਦੇਣਾ ਹੀ ਨਹੀਂ ਉਹਨੇ ਉਸ ਦਿਨ। ਅੱਛਾ, ਜੇ ਰੇਨ ਸ਼ੁਰੂ ਹੋ ਗਈ ਤਾਂ ਰੇਨੀ ਡੇ ਦੇ ਉੱਤੇ ਉਹਨੇ ਪਾਣੀ ਨਹੀਂ ਦੇਣਾ, ਆਪਣੇ ਆਪ ਆਫ ਕਰ ਦੇਣਾ। ਮੈਨੂੰ ਲੱਗਦਾ ਕਿ ਬੰਦਾ ਕਿਰਸ ਕਰ ਜਾਂਦਾ ਹੋਣਾ ਪਰ ਮਸ਼ੀਨ ਨਹੀਂ ਕਰਦੀ। ਹਾਂਜੀ, ਬਿਲਕੁਲ ਨਹੀਂ। ਮਸ਼ੀਨ ਇਜ਼ ਸੋ ਐਕੂਰੇਟ, ਗੱਲ ਹੀ ਛੱਡ ਦਿਓ ਜੀ। ਇਹਦੇ ਵਿੱਚ ਇੱਕ ਦੇ ਵਿੱਚੋਂ 1 ਲੀਟਰ ਪਾਣੀ ਆਉਂਦਾ ਜੀ। ਤੁਸੀਂ 1 ਘੰਟੇ 'ਚ ਤੁਸੀਂ 1 ਘੰਟਾ ਚਲਾ ਕੇ ਦੇਖ ਲਓ, ਮਿਣ ਕੇ ਦੇਖ ਲਓ, ਬਿਲਕੁਲ ਅਸੀਂ ਮਿਣ ਕੇ ਦੇਖਦੇ ਹਾਂ। 1 ਲੀਟਰ ਪਾਣੀ ਆਉਂਦਾ ਜੀ ਬਿਲਕੁਲ। ਓਕੇ। ਔਰ 4 ਲੀਟਰ ਪਾਣੀ ਜਿਹੜਾ ਹੈ ਰੋਜ਼ ਇੱਕ ਬਕਟ ਨੂੰ ਅਸੀਂ ਦਿੰਨੇ ਆ। 6 ਪਲਾਂਟ ਹੈ। ਵੈਸੇ ਮੈਨੂੰ ਤਾਂ ਲੱਗਦਾ ਤੁਹਾਨੂੰ ਤੇ ਸਕੂਲ ਦੇ ਬੱਚਿਆਂ ਨੂੰ ਬੁਲਾਉਣਾ ਚਾਹੀਦਾ। ਲਾਈਕ ਦੇ ਵਿਲ ਫਾਈਂਡ ਇਟ ਸੋ ਗੁੱਡ। ਉਹਨਾਂ ਨੂੰ ਇੰਟਰਸਟਿੰਗ ਲੱਗੇਗਾ। ਥੋੜਾ ਕੁਆਰੰਟਾਈਨ ਦਾ ਮੈਟਰ ਹੁੰਦਾ ਜੀ, ਕਿਉਂਕਿ ਥੋੜਾ ਜਿਹਾ ਨਾ ਦੇਖਣਾ ਪੈਂਦਾ ਹੈ। ਇੱਕ ਤਾਂ ਕਰੋਨਾ ਦਾ ਤੇ ਇੱਕ ਵੈਸੇ ਵੀ ਫਾਰਮ ਦੇ ਵਿੱਚ ਜੇ ਕੋਈ ਬੱਚੋਂ ਕੋਈ ਸਬਜ਼ੀ ਮੰਡੀ ਚੋਂ ਬੰਦਾ ਆ ਜੇ, ਕੋਈ ਡਿਜ਼ੀਜ਼ ਲੈ ਆਵੇ, ਕੋਈ ਕਿਸੇ ਫਾਰਮ ਤੋਂ ਕੋਈ ਡਿਜ਼ੀਜ਼ ਲੈ ਆਵੇ, ਇੱਕ ਵਾਰੀ ਡਿਜ਼ੀਜ਼ ਜੇ ਤੁਹਾਡੇ ਫਾਰਮ 'ਚ ਵੜ ਜੇ ਨਾ, ਦੈਨ ਇਟ ਇਜ਼ ਵੈਰੀ ਡਿਫਿਕਲਟ ਟੂ ਇਰੈਡੀਕੇਟ ਇਟ। ਉਹਦਾ ਤਾਂ ਜਿੰਨਾ ਵੀ ਤੁਸੀਂ ਡਿਜ਼ੀਜ਼ ਪ੍ਰੀਵੈਂਸ਼ਨ ਜਿਹੜੀ ਹੈ ਨਾ, ਉਹ ਇੱਕ ਕੀ ਹੈ। ਤੁਸੀਂ ਟ੍ਰੇਨਿੰਗ ਵੀ ਦਿੰਦੇ ਹੋ? ਹਾਂਜੀ, ਟ੍ਰੇਨਿੰਗ ਦਿੰਦੇ ਆ ਜੀ ਅਸੀਂ ਟ੍ਰੇਨਿੰਗ ਆਨਲਾਈਨ ਵੀ ਦਿੰਦੇ ਆ ਜੀ 2 ਦਿਨ ਦੀ, 6 ਘੰਟੇ ਦੀ।
ਅਸੀਂ ਔਨ ਫਾਰਮ ਟ੍ਰੇਨਿੰਗ ਵੀ ਦਿੰਦੇ ਹਾਂ ਜੀ 2 ਦਿਨ ਦੀ, ਜੇ Okay. ਕਿਸੇ ਬੰਦੇ ਨੇ ਇੱਥੇ ਆ ਕੇ ਜੇ ਕੋਈ ਕਿਸੇ ਨੇ ਸਾਡੇ ਕੋਲੇ ਅਪ੍ਰੈਂਟਿਸਸ਼ਿਪ ਕਰਨੀ ਹੈ, ਇੰਟਰਨਸ਼ਿਪ ਕਰਨੀ ਹੈ, ਤਾਂ ਅਸੀਂ ਮਹੀਨੇ ਵਾਸਤੇ 2 ਮਹੀਨੇ ਵਾਸਤੇ ਜਿੰਨੇ ਚਿਰ ਮਰਜ਼ੀ ਇੱਥੇ ਕਰੇ, ਅਸੀਂ ਦੇਵਾਂਗੇ ਕੁਛ ਨਹੀਂ ਤੇ ਲਵਾਂਗੇ ਵੀ ਕੁਛ ਨਹੀਂ ਉਸ ਬੰਦੇ ਤੋਂ। ਰਾਈਟ ਸੋ ਟ੍ਰੇਨਿੰਗ ਵੀ ਜਿਹੜੀ ਆ ਉਹ ਤੁਹਾਨੂੰ ਇੱਥੇ ਮਿਲ ਜਾਂਦੀ ਹੈਗੀ ਆ। ਸੋ ਇਹ ਫਾਰਮ ਆ, ਇਹ ਕਿੰਗਰਾ ਸਾਹਿਬ ਦਾ ਫਾਰਮ ਹੈ। ਕੁਝ ਇਦਾਂ ਦੀ ਚੀਜ਼ ਰਹਿ ਗਈ ਜਿਹੜੀ ਸਾਨੂੰ ਨਹੀਂ ਪਤਾ ਹੁਣ? ਨਹੀਂ, ਮੇਰਾ ਖਿਆਲ ਤਾਂ ਜੀ ਇੱਕ ਇਹਦਾ ਟੈਂਪਰੇਚਰ ਕੰਟਰੋਲ ਦੇਖੋ, ਸਭ ਤੋਂ ਵੱਡੀ ਸਮੱਸਿਆ ਸੀ ਪੰਜਾਬ ਦੇ ਵਿੱਚ ਕਿ ਗਰਮੀਆਂ ਦੇ ਵਿੱਚ ਟੈਂਪਰੇਚਰ ਬਹੁਤ ਹੋ ਜਾਂਦਾ ਹੈਗਾ, ਜਿਹੜਾ ਹੈਗਾ ਉਹਨੂੰ ਕਿਵੇਂ ਕੰਟਰੋਲ ਕੀਤਾ ਜਾਵੇ। ਇਹਦੇ ਵਾਸਤੇ ਅਸੀਂ ਮਿਸਟਿੰਗ ਸਿਸਟਮ ਲਾਇਆ ਹੋਇਆ, ਜਿਹੜਾ ਸਪ੍ਰਿੰਕਲਰ ਸਿਸਟਮ ਹੈ ਉਹਦੀ ਥਾਂ ਤੇ ਮਿਸਟਿੰਗ ਸਿਸਟਮ ਲਾਇਆ, ਕਿਉਂਕਿ ਜੇ ਸਪ੍ਰਿੰਕਲਰ ਜਿਹੜੇ ਆ ਉਹ 2-4 ਮਿੰਟ ਤੋਂ ਵੱਧ ਚੱਲਦੇ ਸੀ ਤਾਂ ਥੱਲੇ ਪਾਣੀ ਹੋ ਜਾਂਦਾ ਸੀਗਾ, ਤੇ ਲੇਕਿਨ ਜਿਹੜੇ ਹੁਣ ਮਿਸਟਿੰਗ ਹੈ ਸਾਡੀ, ਭਾਵੇਂ ਸਾਰਾ ਦਿਨ ਵੀ ਚੱਲੇ ਤਾਂ ਵੀ ਪਾਣੀ ਨਹੀਂ ਆਉਂਦਾਗਾ। ਯਾਨੀ ਉਹ ਜਿਹੜੀ ਪੱਖਿਆਂ ਚੋਂ ਹਲਕਾ ਪਾਣੀ ਹਾਂਜੀ ਨਿਕਲਦਾ ਹਾਂਜੀ, ਉਹ ਬਿਲਕੁਲ ਧੁੰਦ ਦੀ ਤਰ੍ਹਾਂ ਨਿਕਲਦਾ ਜੀ। ਇੱਕ ਵਾਰੀ ਕਰਕੇ ਉਹ ਵੀ ਦੇਖਣਾ ਮੈਂ ਚਾਹਾਂਗੇ। ਉਧਰੋਂ ਚੱਲੂਗਾ ਜੀ, ਮੈਂ ਤੁਹਾਨੂੰ ਚਲਾ ਕੇ ਉਹਨੂੰ ਹਰ ਇੱਕ ਸਿਸਟਮ ਦਾ ਮੈਨੂਅਲ ਓਵਰਰਾਈਡ ਹੈ। ਓਕੇ, ਜਦੋਂ ਅਸੀਂ ਚਾਹੀਏ ਆਪਦੇ ਆਪ ਉਹਨੂੰ ਚਲਾ ਸਕਦੇ ਹਾਂ। ਤੁਹਾਨੂੰ ਮੈਂ ਮਿਸਟਿੰਗ ਸਿਸਟਮ ਇੱਥੋਂ ਚਲਾ ਕੇ ਦਿਖਾਉਣਾਗਾ ਮੈਨੂਅਲ ਤਰੀਕੇ ਨਾਲ, ਕਿਉਂਕਿ ਆਟੋਮੈਟਿਕਲੀ ਚੱਲਣਾ ਨਹੀਂ ਉਹਨੇ। ਉਧਰ ਹਾਂ ਮਿਸਟਿੰਗ ਸਿਸਟਮ ਸ਼ੁਰੂ ਹੋ ਗਿਆ। ਦੇਖੋ ਸ਼ੁਰੂ ਹੋ ਗਿਆ, ਇਹ ਮੈਨੂਅਲੀ ਚਲਾਇਆ ਮੈਂ, ਕਿਉਂਕਿ ਹੁਣ ਇਹ ਸਾਰਾ ਦਿਨ ਵੀ ਚੱਲਦਾ ਰਹੇ ਤਾਂ ਵੀ ਪਾਣੀ ਥੱਲੇ ਨਹੀਂ ਆਏਗਾ। ਓਕੇ, ਤੇ ਵੈਸੇ ਇਹ ਆਟੋਮੈਟਿਕਲੀ ਮੈਨੇਜਡ ਹੁੰਦਾ ਹੈ? ਹਾਂਜੀ, ਜਦੋਂ ਟੈਂਪਰੇਚਰ 32-35 ਤੋਂ ਉੱਤੇ ਹੁੰਦਾ ਹੈਗਾ ਉਦੋਂ ਆਪਣੇ ਫਾਇਰ ਹੋ ਜਾਂਦਾ ਹੈ, ਜਦੋਂ 29 ਤੇ ਆਉਂਦਾ ਬੰਦ ਹੋ ਜਾਂਦਾ ਜੀ। ਸੋ ਖੇਤੀਬਾੜੀ ਦਾ ਇਸ ਤਰ੍ਹਾਂ ਦਾ ਰੂਪ ਹੋਏਗਾ, ਆਪਾਂ ਕਦੀ ਸੋਚਿਆ ਵੀ ਨਹੀਂ ਸੀ ਕਿ ਮਤਲਬ ਇਹ ਹੋ ਵੀ ਸਕਦਾ ਹੈ। ਬਾਹਰ ਦੇ ਦੇਸ਼ਾਂ ਦੇ ਵਿੱਚ ਹਾਈਡਰੋਪੋਨਿਕ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਮੈਂ ਜੀ ਕੈਨੇਡਾ ਦੇ ਵਿੱਚ ਫਾਰਮ ਦੇਖੇ ਹੈ। ਮੈਂ ਇੱਕ ਪੋਲੀ ਹਾਊਸ ਦੇ ਵਿੱਚ ਗਿਆ ਕੈਨੇਡਾ ਦੇ ਵਿੱਚ, ਸਰੀ ਸ਼ਹਿਰ ਦੇ ਨਾਲ ਸੀ। ਮੇਰੇ ਨਾਲ ਮਿਸਟਰ ਰਮਾਣਾ ਵੀ ਸੀਗੇ ਤੁਹਾਡੇ, ਹੀ ਇਜ਼ ਆਲਸੋ ਫਰੋਮ ਦੀ ਮਾਸ ਕਮਿਊਨੀਕੇਸ਼ਨ, ਇੱਕ ਰੇਡੀਓ ਉੱਤੇ ਚਲਾਉਂਦੇ ਨੇ, ਰੇਡੀਓ ਜੋਕੀ ਨੇ। ਉਹ 16 ਏਕੜ ਦਾ ਇੱਕੋ ਪੋਲੀ ਹਾਊਸ ਸੀ। ਓਕੇ, ਇਟ ਵਾਸ ਵੈਰੀ ਸੋਫਿਸਟੀਕੇਟਡ, ਐਵਰੀਥਿੰਗ ਵਾਸ ਆਟੋਮੈਟਿਕ। ਮਿਊਨਿਸਪਲ ਕਮੇਟੀ ਦਾ ਪਾਣੀ ਸੀ, ਕਿਸ ਤਰ੍ਹਾਂ ਉਹਦੇ 'ਚ ਗੈਸ ਆਈ ਹੋਈ ਸੀ, ਕਿਸ ਤਰ੍ਹਾਂ ਹੀਟਿੰਗ ਸਿਸਟਮ ਲੱਗੇ ਹੋਏ ਸੀ, ਆਟੋਮੈਟਿਕ ਟਰਾਲੀ ਸਿਸਟਮ ਸੀ ਉਹਨਾਂ ਦਾ। ਉਹ ਚੀਜ਼ਾਂ ਅਸੀਂ ਇੱਥੇ ਨਹੀਂ ਕਰ ਸਕਦੇ। ਉਹਦਾ ਰੀਜ਼ਨ ਇਹ ਹੈ ਜੀ ਕਿ ਉਹ ਬਹੁਤ ਮਹਿੰਗੀਆਂ ਪੈਂਦੀਆਂ ਨੇ, ਤੇ ਆਪਣੀ ਜਿਹੜੀ ਚੀਜ਼ ਵਿਕਦੀ ਹੈ ਉਹ ਰੁਪਈਆਂ 'ਚ ਵਿਕਦੀ ਹੈ ਜੀ। ਉੱਥੇ ਤਾਂ ਸਟ੍ਰਾਬੇਰੀ ਵਿਕਦੀ ਹੈ $5 ਦਾ ਇੱਕ ਜਿਹੜਾ ਡੱਬਾ ਹੈਗਾ, ਉਹ ਬਣ ਗਿਆ ਆਪਣੇ 350 ਰੁਪਏ ਦਾ, ਤੇ ਇੱਥੇ ਆਪਣੇ ਡੱਬਾ ਵਿਕਦਾ 80 ਰੁਪਏ ਦਾ। ਜੇ ਸਾਡਾ 350 ਦਾ ਡੱਬਾ ਵਿਕਦਾ ਹੋਵੇ ਤਾਂ ਅਸੀਂ ਸਾਰਾ ਕੁਝ ਲਾ ਸਕਦੇ ਹਾਂ। ਉਹ ਇਹ ਆਪਾਂ ਮੈਨੂਅਲੀ ਚਲਾਇਆ ਸੀ ਜੀ, ਅਦਰਵਾਈਜ਼ ਦਿਸ ਸਿਸਟਮ ਇਜ਼ ਫੁੱਲੀ ਆਟੋਮੈਟਿਕ। ਜੀ ਇੱਕ ਸਵਾਲ ਜਿਹੜਾ ਮੇਰੇ ਮਨ 'ਚ ਆ ਰਿਹਾ, ਤੁਸੀਂ ਕਿਹਾ ਜਿਵੇਂ ਮਿੱਟੀ ਨਹੀਂ ਹੈ ਇਹ, ਹੈ ਨਾ, ਇਹ ਮਿੱਟੀ ਨਹੀਂ, ਮਿੱਟੀ ਦਾ ਇਸਤੇਮਾਲ ਨਹੀਂ ਹੋ ਰਿਹਾ। ਤੁਸੀਂ ਇਹ ਗੱਲ ਕਹੀ ਕਿ ਆਰਓ ਦਾ ਇਸਤੇਮਾਲ ਹੁੰਦਾ, ਆਰਓ ਵਾਲੇ ਪਾਣੀ ਦਾ ਇਸਤੇਮਾਲ ਹੁੰਦਾ, ਤੇ ਜਿੰਨਾ ਏਰੀਆਜ਼ ਦੇ ਵਿੱਚ ਪਾਣੀ ਜ਼ਿਆਦਾ ਆਉਂਦਾ ਨਹੀਂ ਹੈਗਾ, ਘੱਟ ਪਾਣੀ ਦੇ ਵਿੱਚ ਨਹੀਂ ਪੋਸੀਬਲ ਹੈਗੀ ਇਦਾਂ ਦੀ ਫਾਰਮਿੰਗ? ਨਹੀਂ, ਇਹ ਤਾਂ ਘੱਟ ਪਾਣੀ ਵਾਲੀ ਤਾਂ ਸਮਾਂ ਜ਼ਿਆਦਾ ਪੋਸੀਬਲ ਹੈ। ਜ਼ਿਆਦਾ ਇਹ ਹੈਗੀ ਹੈ ਮੋਸਟ এনवायरमेंट ਫ੍ਰੈਂਡਲੀ ਟਾਈਪ ਆਫ ਐਗਰੀਕਲਚਰ। ਓਕੇ, ਕੋਈ ਵੀ ਚੀਜ਼ ਧਰਤੀ ਦੇ ਵਿੱਚ ਨਹੀਂ ਜਾਣੀ ਤੇ ਕੋਈ ਚੀਜ਼ ਹਵਾ 'ਚ ਨਹੀਂ ਗਲਤ ਜਾਣੀ। ਓਕੇ, ਪਾਣੀ ਜੇ ਤੁਹਾਨੂੰ ਕਿਤੇ 10,000 ਲੀਟਰ ਚਾਹੀਦਾ ਹੈ ਤਾਂ ਇਹਦੇ ਵਾਸਤੇ ਤੁਹਾਨੂੰ ਜਿਹੜਾ ਉਹ 1,000 ਲੀਟਰ ਹੀ ਚਾਹੀਦਾ। ਓਕੇ, 90% ਪਾਣੀ ਜਿਹੜਾ ਤੁਹਾਨੂੰ ਉਹ ਜਿਹੜਾ ਨਹੀਂ ਚਾਹੀਦਾ, ਆਰਓ ਸਿਸਟਮਸ ਜਿਹੜੇ ਹੁੰਦੇ ਆ, ਸਾਡਾ ਆਰਓ ਸਿਸਟਮ ਲੱਗਿਆ ਹੋਇਆ 1000 ਲੀਟਰ ਪਰ ਆਵਰ ਦਾ। ਉਹ ਮਹਿੰਗਾ ਪੈਂਦਾ? ਨਹੀਂ ਜੀ, ਨਹੀਂ, ਉਹ ਕਿੱਥੇ ਮਹਿੰਗਾ ਪੈਂਦਾ ਜੀ। ਉਹ ਬਿਲਕੁਲ, ਉਹ ਤਾਂ ਆਰਓ ਦਾ ਤਾਂ ਉਹਨਾਂ ਕੀ ਪਾਣੀ ਸਾਨੂੰ ਇੱਥੇ 4000 ਲੀਟਰ ਪਾਣੀ ਚਾਹੀਦਾ, ਉਹਨਾਂ ਦੇ ਦਿੰਦਾ ਉਹ ਜੀ। ਤੇ ਮਤਲਬ ਆਰਓ ਸਿਸਟਮ ਜਿਹੜਾ ਹੈ ਨਾਰਮਲੀ ਇਕਨੋਮਿਕਲ ਹੈ, ਨਾਰਮਲ ਬੰਦਾ ਜਿਹਨੇ ਫਾਰਮ ਲਾਉਣਾ ਹੈਗਾ ਉਹ ਮੈਨੇਜ ਕਰ ਸਕਦਾ? ਉਹ ਲਾਉਣਾ ਪੈਣਾ ਜੀ। ਹਾਈਡਰੋਪੋਨਿਕ ਫਾਰਮ ਦੀ ਪਹਿਲੀ ਰਿਕੁਆਇਰਮੈਂਟ ਹੈ ਜੀ ਆਰਓ ਸਿਸਟਮ, ਜਿਹੜਾ ਤੁਹਾਨੂੰ ਮੈਂ ਦੱਸਿਆ ਨਾ 3500-4000 ਰੁਪਏ ਪਰ ਸਕੁਅਰ ਮੀਟਰ, ਉਹਦੇ ਵਿੱਚ ਇਹ ਆਰਓ ਵੀ ਹੈਗਾ ਜੀ। ਉਹਦੇ ਵਿੱਚ ਆਰਓ ਵੀ ਹੈ ਤੇ ਜੈਨਸੈਟ ਵੀ ਹੈ। ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ। ਜਨਰੇਟਰ ਇੱਕ ਤਾਂ ਪਾਵਰ ਫੇਲੀਅਰ ਨਾ ਹੋਵੇ ਜੀ, ਕਿਉਂਕਿ ਪਾਵਰ ਫੇਲੀਅਰ ਹੋ ਗਿਆ ਤਾਂ ਤੁਸੀਂ ਮੈਨੂਅਲੀ ਕੁਝ ਨਹੀਂ ਕਰ ਸਕਦੇ। ਰਾਈਟ। ਸੋ ਪਾਵਰ ਫੇਲੀਅਰ ਨਾ ਹੋਵੇ ਤੇ ਪਾਣੀ ਆਰਓ ਦਾ ਹੋਵੇ, ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ ਜੀ। ਥੈਂਕ ਯੂ ਕਿੰਗਰਾ ਸਾਹਿਬ ਸਾਨੂੰ ਵਕਤ ਦੇਣ ਦੇ ਲਈ। ਜੀ ਤੁਸੀਂ ਸਮਾਂ ਕੱਢਿਆ, ਲੋਕਾਂ ਕੋਲੇ ਲਿਜਾਓਗੇ ਤਾਂ ਲੋਕ ਸ਼ਾਇਦ ਹੋ ਸਕਦਾ ਕੋਈ ਸ਼ੁਰੂ ਕਰ ਲੇ ਸਾਨੂੰ ਦੇਖ ਕੇ। ਹਾਂ, ਤੇ ਇਹਨਾਂ ਪਲਾਂਟਸ ਦਾ ਵੀ ਧੰਨਵਾਦ। ਇਹ ਵੀ ਮੈਨੂੰ ਲੱਗਦਾ ਵੈਲਕਮ ਤੇ ਕਰਦੇ ਹੋਣੇ ਆ। ਆਫ ਕੋਰਸ ਤਾਂ ਇਹ ਉਨੇ ਹੀ ਖੁਸ਼ ਹੁੰਦੇ ਆ। ਇਹਨਾਂ ਸਿਰਫ ਇਹ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਐਕਸਪ੍ਰੈਸ ਕਿਵੇਂ ਕਰਦੇ ਆ ਜੀ। ਅਦਰਵਾਈਜ਼ ਡਾਕਟਰ ਬੋਸ ਨੇ ਤਾਂ ਕਿਹਾ ਹੋਇਆ ਕਿ ਪਲਾਂਟ ਆਰ ਐਜ਼ ਇਮੋਸ਼ਨਲ ਐਜ਼ ਐਨੀ ਹਿਊਮਨ ਬੀਇੰਗਸ। ਜੀ, ਹਾਂਜੀ, ਥੈਂਕ ਯੂ ਸੋ ਮਚ, ਥੈਂਕ ਯੂ। ਸੁਪਨੇ ਤੁਸੀਂ ਦੇਖੇ, ਫਾਰਮ ਤੁਹਾਨੂੰ ਅਸੀਂ ਦਿਖਾ ਦਿੱਤਾ। ਹੁਣ ਸੁਪਨਿਆਂ ਦੇ ਇਸ ਦੇ ਵਿੱਚ ਜਿਹੜਾ ਰਿਸ਼ਤਾ ਤੁਸੀਂ ਕਾਇਮ ਕਰਨਾ ਹੈ, ਤੇ ਮੈਂ ਇੱਥੋਂ ਸਿਹਤ ਲੈ ਕੇ ਜਾਣੀ ਹੈ, ਤੇ ਨਾਲੋਂ ਨਾਲ ਇਹ ਦੱਸਣਾ ਹੈ ਕਿ ਇੱਥੇ ਫਰੈਸ਼ਨੈਸ ਹੈ, ਇੱਥੇ ਆਈਡੀਆ ਹੈ, ਤੇ ਨਾਲੋਂ ਨਾਲ ਜਿਹੜੀ ਸੋਚ ਹੈ ਨਾ, ਉਹ ਜੇ ਤੁਸੀਂ ਮਿੱਟੀ ਨਾਲ ਮਿੱਟੀ ਹੋਣ ਵਾਲੀ ਰੱਖੀ ਹੋਈ ਹੈ, ਉਹ ਜਿਹੜੇ ਸਾਡੇ ਪੁਰਖੇ ਖੇਤੀਬਾੜੀ ਕਰਦੇ ਨੇ ਉਹ ਤੋਂ ਹੀ ਵੱਡੇ ਹੋਏ ਆ, ਉਹ ਮਾੜੀ ਨਹੀਂ, ਪਰ ਅੱਗੇ ਵਧਣਾ ਜਿਹੜਾ ਹੈ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਸੋ ਅਜਿਹੇ ਵਿੱਚ ਜਿਸ ਫਾਰਮ ਦੇ ਵਿੱਚ ਅਸੀਂ ਖੜੇ ਹਾਂ, ਇਹ ਫਾਰਮ ਸੁਪਨੇ ਦਿੰਦਾ ਹੈ, ਇਹ ਫਾਰਮ ਤਕਨੀਕ ਦਿੰਦਾ ਹੈ, ਇਹ ਫਾਰਮ ਪੈਸੇ ਦਿੰਦਾ ਹੈ। ਸੋ ਕਦੋਂ ਤੋਂ ਸ਼ੁਰੂ ਕਰ ਰਹੇ ਹੋ ਹਾਈਡਰੋਪੋਨਿਕ ਫਾਰਮਿੰਗ? ਕੈਮਰਾਮੈਨ ਹਰਦੀਪ ਦੇ ਨਾਲ ਪੁਨੀਤ ਕੌਰ, ਡੇਲੀ ਪੋਸਟ ਪੰਜਾਬੀ।